जिस पै करो बेनंती, मेरा सुख दुख तुझ ही पास। दीन दर प्रभ पावै तिवी बोलान। साध संगत की तो जोर जहरा जोर सर्व कला भरपूर। चवर छतर तखत दे मालिक, राजान राज पानान पान, देवान देव उपमा महान। नाम बाणी दे जहाज, तन 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 तन। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਅਪਾਰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸਾਰਿਆਂ ਤੇ ਹੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਹਨ ਅਤੇ ਆਪਣੀ ਮਹਾਨ ਪਵਿੱਤਰ ਗੁਰਬਾਣੀ ਦੇ ਪ੍ਰਵਾਹ ਜਾਰੀ ਹਨ। ਸੰਗਤਾਂ ਆ ਕੇ ਦਰਸ਼ਨ ਦੀਦਾਰ ਕਰਕੇ ਇਸ ਗੁਰਬਾਣੀ ਦੇ ਕਥਾ ਕੀਰਤਨ ਦੇ ਪ੍ਰਵਾਹ ਵਿੱਚ ਸਰਸ਼ਾਰ ਹੋ ਰਹੀਆਂ ਹਨ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਅੱਜ ਜਿੱਥੇ ਪੂਰਨਮਾਸ਼ੀ ਦਾ ਸਮਾਗਮ ਹੈ, ਉੱਥੇ ਨਾਲ ਹੀ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ। ਸਾਰੇ ਮਾਈ ਭਾਈ ਮੁਖ ਰਸਨਾ ਪਵਿੱਤਰ ਕਰੋ ਅਤੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੋਮਣੀ ਕਿਉਂ ਕਿਹਾ ਗਿਆ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਸ ਵੇਲੇ ਪੰਚਮ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ,
पोथी परमेश्वर का थान स्थापन किया। सब तो पहले 5 गुरु साहिबाना दी महान पवित्र रचना। साहब श्री गुरु नानक साहब जी, गुरु अंगद साहब जी, गुरु अमरदास जी, गुरु रामदास साहब जी अते गुरु अर्जन साहब जी। फिर भगतां दी बाणी सारे रागां दे अंदर गुरु साहिबाना तो बाद सब तो पहल दिती गई ते भगत कबीर जी नूं दिती गई। जे दसम पातशाह ने भी दोबारे गुरु ग्रंथ साहिब जी की रचना की, सारी बाणी अपने पवित्र मुखार बिंद तो उचारण करके भाई साहब भाई मनी सिंह जी कोलों लिखवाई, तरतीब ओह रखी। पहले 5 गुरां दी महान पवित्र रचना, फिर गुरु तेग बहादुर साहब जी की रचना, फिर भगत कबीर जी की। सतगुरां की महान पवित्र गुरबाणी एक मिसाल दिंदी है। वो मिसाल की है, सारे ही सिमरना देखते हो, माला देखते हो, सारे ही मन के सत्कार योग हैं। मन के 27 भी हो सकते हैं, 54 भी हो सकते हैं, 108 भी हो सकते हैं, 111 भी हो सकते हैं। ते कईयां ने तो बाबा जोगिंदर सिंह जी मोनी हजूर साहब वाले 1008 मनके दी माला गर्ज के माला दे मनके जितने भी होन, एक है सूत परोए मणिए। सूत्र एक है, धागा एक है, विशा ते वस्तु सारे गुरु ग्रंथ साहिब विच एक है। ध्यान देना, एक ओंकार दी सिफत, उसकी वडियाई या उसके नाम जपन वालियां दी वडियाई, या कुछ उन्हां दा वर्णन है जिन्हां ने नाम जपन वालियां दी विरोधता की। नाम रहो साधु रहो, रहो गुर गोबिंद, कहो नानक के जगत में किन जपियो गुरमंत। दास सिमरने की माला की मिसाल दे रहा सी। एक है सूत परोए मणिए, गांठी पिन 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 तनिए, फिरती माला बहु विध पाए, खिंचिया सूत ता आई थाए। मनके सारे ही हैं, पर जेड़ा मनका सब तो पहले रखा जाता है, उस विचों दोनों तरफों का धागा कढ़िया जाता है। एक तरफ का नहीं, दोनों तरफों का। दोनों सिरियां का आप स्वामी, खेला बिगसै अंतरजामी। उस मनके नूं कहा जाता है मेरू मनका। बोलो वाहिगुरू जी। माला का आद भी उथों आरंभ हुंदा है ते संपूर्णता भी उत्थे जाके ही हुंदी है कि मैं एक माला फेर लई है, 2 फेरियां ने, 4 फेरियां ने या 6 फेरियां ने। बोलो वाहिगुरू। इसे तरह ही भगत कबीर जी नूं महानता दिती गई। बाणी सारे भगतां दी, 15 भगतां दी महान पवित्र रचना।
11 ਭੱਟਾਂ ਦੀ ਮਹਾਨ ਪਵਿੱਤਰ ਰਚਨਾ, 4 ਗੁਰਸਿੱਖਾਂ ਦੀ ਮਹਾਨ ਪਵਿੱਤਰ ਰਚਨਾ। ਉਹ ਗੱਲ ਵੱਖਰੀ, ਅੱਜ ਦੇ ਗਿਆਨਾ ਸਿੰਘ ਭਾਈ ਮਰਦਾਨਾ ਜੀ ਨੂੰ ਕੱਟ ਕੇ 3 ਗੁਰਸਿੱਖਾਂ ਦੀ ਕਹਿਣ ਲੱਗ ਪਏ। ਵਾਹਿਗੁਰੂ। ਗੁਰੂ ਕੀ ਗਤ ਗੁਰੂ ਜਾਣੇ, ਜੋ ਪੁਰਾਤਨ ਇਤਿਹਾਸ ਵਿੱਚ ਲਿਖਿਆ ਹੈ, ਪੜ੍ਹਿਆ ਹੈ, ਮਹਾਂਪੁਰਖਾਂ ਤੋਂ ਸੁਣਿਆ ਹੈ। 6 ਗੁਰੂ ਸਾਹਿਬਾਨ, 15 ਭਗਤ, 11 ਭੱਟ, 4 ਗੁਰਸਿੱਖ, ਸਾਰੇ 36। ਹੁਣ 35 ਕਹਿਣ ਲੱਗ ਪਏ ਹਨ, ਕਿਉਂਕਿ ਜਦੋਂ ਵਾਦ ਵਿਵਾਦ ਖੜੇ ਕਰਨੇ ਹੁੰਦੇ ਨੇ ਫਿਰ ਬਹਾਨੇ ਲੱਭੇ ਜਾਂਦੇ ਨੇ। ਉੱਥੇ ਲਿਖਿਆ ਸ਼ਲੋਕ ਮਰਦਾਨਾ ਪਹਿਲਾ। ਬੋਲੋ ਵਾਹਿਗੁਰੂ। ਵਾਹਿਗੁਰੂ। ਰਹੋ ਵਿਚਾਰ। ਭਗਤ ਕਬੀਰ ਜੀ ਦਾ ਜਨਮ 1455 ਬਿਕਰਮੀ, ਜੇਠ ਦੀ ਪੂਰਨਮਾਸ਼ੀ। ਪਿਤਾ ਨੀਰੂ ਜੀ, ਮਾਤਾ ਨੀਮਾ ਜੀ, ਜਿਨ੍ਹਾਂ ਨੇ ਪਾਲਣਾ ਕੀਤੀ, ਸੰਭਾਲ ਕੀਤੀ। ਕਾਂਸ਼ੀ ਬਨਾਰਸ ਵਿਖੇ ਜਨਮ ਹੋਇਆ। ਉਹ ਗੱਲ ਵੱਖਰੀ ਹੈ, ਭਗਤਾਂ ਦੀ ਵਡਿਆਈ ਵੇਖ ਕੇ ਹਿੰਦੂ ਜਗਤ ਨੇ ਆਪਣੇ ਵਿੱਚ ਲੈਣਾ ਚਾਹਿਆ ਤੇ ਪ੍ਰਚਾਰ ਕਰ ਦਿੱਤਾ ਕਿ ਕੁਆਰੀ ਬ੍ਰਾਹਮਣ ਇਸਤਰੀ ਦੇ ਪੇਟੋਂ ਪੈਦਾ ਹੋਏ, ਜੋ ਵਿਧਵਾ ਸੀ ਉਸ ਨੇ ਲਹਿਰ ਤਾਲਾ ਤਲਾਬ ਦੇ ਕਿਨਾਰੇ ਰੱਖ ਦਿੱਤਾ। 2 ਘੜੀਆਂ ਦਾ ਪਹਿਲੇ ਦਾ ਜਨਮ ਸੀ। ਰੋਣ ਦੀ ਆਵਾਜ਼ ਸੁਣ ਕੇ ਨੀਰੂ ਤੇ ਨੀਮਾ ਲੈ ਗਏ। ਰਹੋ ਵਿਚਾਰ। ਜਦੋਂ ਕੋਈ ਅੱਗੇ ਵੱਧ ਜਾਂਦਾ ਹੈ, ਜਿਸ ਦਾ ਨਾਮ ਨਾਮਣਾ ਬਹੁਤ ਹੋ ਜਾਂਦਾ ਹੈ, ਉਸ ਨੂੰ ਸਾਰੇ ਹੀ ਆਪਣਾ ਕਹਿਣਾ ਸ਼ੁਰੂ ਕਰ ਦਿੰਦੇ ਨੇ। ਤੇ ਜਿਸ ਦੀ ਬਦਨਾਮੀ ਹੋ ਜਾਏ, ਕੋਈ ਗੁਨਾਹ ਹੋ ਜਾਏ, ਤੇ ਰਿਸ਼ਤੇਦਾਰ ਵੀ ਹੋਵੇ ਤੇ ਸਾਰੇ ਕਹਿੰਦੇ ਨੇ ਸਾਡਾ ਕੁਝ ਨਹੀਂ ਲੱਗਦਾ। ਅਸੀਂ ਤੇ ਉਸ ਨਾਲ ਬੋਲਦੇ ਵਰਤਦੇ ਵੀ ਨਹੀਂ। ਬੋਲੋ ਵਾਹਿਗੁਰੂ। ਵਾਹਿਗੁਰੂ ਜੀ। ਮੈਂ ਤੇ ਇੱਕੋ ਗੱਲ ਕਹਿ ਕੇ ਸਮਾਪਤੀ ਕਰ ਦੇਣਾ ਹਾਂ ਕਿ ਗੁਰੂ ਕੀ ਗਤ ਗੁਰੂ ਜਾਣੇ। ਅੱਜ ਤੱਕ ਸੰਸਾਰ ਵਿੱਚ ਕਿਹਾ ਜਾਂਦਾ ਹੈ ਕਿ ਜੀਸਸ ਕੁਆਰੀ ਮਰੀਅਮ ਤੋਂ ਪੈਦਾ ਹੋਏ। ਕੁਆਰੀ ਲੜਕੀ ਜਿਸ ਦਾ ਕਿਸੇ ਨਾਲ ਸੰਬੰਧ ਨਹੀਂ। ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਨੇ ਜੋ ਹਾਰ ਸ਼ਿੰਗਾਰ ਵੀ ਕਰਦੀ ਏ ਤੇ ਕਿਵੇਂ ਆਨੰਦ ਪ੍ਰਾਪਤ ਕਰ ਸਕਦੀ ਹੈ। ਆਨੰਦ ਤਾਂ ਪਤੀ ਦੇ ਨਾਲ ਹੀ ਹੈ, ਪਤੀ ਦੇ ਮਿਲਾਪ ਨਾਲ ਹੀ ਹੈ, ਤੇ ਬੱਚੇ ਦਾ ਜਨਮ ਵੀ ਪਤੀ ਦੇ ਮਿਲਾਪ ਨਾਲ ਹੈ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿਨ ਬਿਨਾ ਕੈਸੇ ਕਪਰੇ ਤੋਈ। ਹਨੂਮਾਨ ਪਵਨ ਪੁੱਤਰ ਨੂੰ ਵੀ ਕਿਹਾ ਗਿਆ। ਕਹਾਣੀਆਂ ਮਿਥਿਹਾਸ ਤੇ ਬਹੁਤ ਕੁਝ ਕਹਿੰਦਾ ਹੈ ਕਿ ਕੁਆਰੀ ਅੰਜਨੀ ਦੇ ਪੇਟੋਂ, ਇਹ ਅੰਜਨੀ ਗੌਤਮ ਰਿਸ਼ੀ ਦੀ ਲੜਕੀ, ਅਹਲਿਆ ਦੀ ਲੜਕੀ ਸੀ, ਕਿ ਉਸ ਦੀ ਕੁੱਖੋਂ ਪਵਨ ਪੁੱਤਰ ਹਨੂਮਾਨ ਦਾ ਜਨਮ ਹੋਇਆ। ਹੁਣ ਵੀ ਵਿਵਾਦ ਚੱਲ ਰਿਹਾ ਹੈ ਹਿੰਦੂ ਜਗਤ ਦੇ ਅੰਦਰ। ਕੋਈ ਕਹਿ ਰਿਹਾ ਦੱਖਣ ਵਿੱਚ ਹੋਇਆ, ਕੋਈ ਕਿਧਰੇ ਹੋਰ ਕਹਿ ਰਿਹਾ, ਕੋਈ ਕਿਧਰੇ ਹੋਰ ਕਹਿ ਰਿਹਾ ਕਿ ਜਨਮ ਕਿੱਥੇ ਹੋਇਆ। ਬੋਲੋ ਵਾਹਿਗੁਰੂ। ਵਾਹਿਗੁਰੂ। ਚਲੋ ਉਹਨਾਂ ਦੀ ਗੱਲ ਉਹ ਜਾਣਨ। ਜਿਸ ਤਰ੍ਹਾਂ ਸਿੱਖ ਜਗਤ ਵਿੱਚ ਵਾਦ ਵਿਵਾਦ ਪੈਦਾ ਕੀਤੇ ਗਏ, ਅੱਜ ਸਿੱਖ ਜਗਤ ਵੀ ਕਹਿ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਹੈ ਜਾਂ ਵਿਸਾਖ ਦੀ ਤ੍ਰਿਤੀਆ 15 ਅਪ੍ਰੈਲ ਨੂੰ ਹੋਇਆ। ਬੋਲੋ ਵਾਹਿਗੁਰੂ। ਵਾਹਿਗੁਰੂ।
ਭਗਤ ਕਬੀਰ ਜੀ ਦਾ ਸਭ ਤੋਂ ਵੱਡਾ ਚੇਲਾ ਹੋਇਆ ਹੈ ਧਰਮਦਾਸ। ਧਰਮਦਾਸ ਨੇ ਜੋ ਸਭ ਤੋਂ ਪਹਿਲੇ ਗ੍ਰੰਥ ਲਿਖਿਆ, ਭਗਤ ਕਬੀਰ ਜੀ ਦਾ ਜੀਵਨ ਬਿਰਤਾਂਤ ਲਿਖਿਆ, ਉਸ ਦਾ ਨਾਮ ਰੱਖਿਆ ਗਿਆ ਕਬੀਰ ਕਸੌਟੀ। ਕਬੀਰ ਕਸੌਟੀ। ਕਬੀਰ ਕਸੌਟੀ ਦੇ ਅੰਦਰ ਧਰਮਦਾਸ ਜੀ ਲਿਖਦੇ ਹਨ, 1455 ਬਿਕਰਮੀ 1398 ਈਸਵੀ ਕਾਂਸ਼ੀ ਮੈਂ ਪ੍ਰਗਟੇ ਦਾਸ ਕਹਾਏ। ਆਪਣੇ ਆਪ ਨੂੰ ਦਾਸ, ਸੇਵਕ, ਟਹਿਲੀਆ, ਟਹਿਲੂਆ। ਦਾਸ ਕਬੀਰ ਤੇਰੀ ਪਣੈ ਸਮਾਨਾ ਦਾਸ। ਭਾਵ ਹੰਕਾਰ ਵਿੱਚ ਨਹੀਂ ਆਏ। ਰਾਮਾਨੰਦ ਕੇ कांशी में प्रगटे दास कहाए, नीरू के ग्रह आए, रामानंद के शिष्य पै तरे भव सागर पंथ चलाए। उन्होंने अपना पंथ चलाया, जिस पंथ का नाम है कबीर पंथी। ਇਹ ਕਬੀਰ ਪੰਥੀਆਂ ਦੀ ਗੱਦੀ ਹੁਣ ਵੀ ਪਟਿਆਲਾ ਵਿਖੇ ਚੱਲ ਰਹੀ ਹੈ। ਅੱਜ ਤੋਂ ਕੁਝ ਸਾਲ ਪਹਿਲੇ ਇਹਨਾਂ ਦੇ ਆਗੂ ਸਨ, ਵੱਡ ਵਡੇਰੇ ਸਨ, ਸੰਤ ਬਾਬਾ ਹਰਭਜਨ ਸਿੰਘ ਜੀ, ਜਿਨ੍ਹਾਂ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾਸ ਦਰਸ਼ਨ ਕਰਦਾ ਰਿਹਾ, ਮੇਲ ਮਿਲਾਪ ਕਰਦਾ ਰਿਹਾ, ਕਿਉਂਕਿ ਉਹ ਸਾਡੇ ਪਰਿਵਾਰਾਂ ਵਿੱਚ ਆਪ ਆਉਂਦੇ ਸਨ, ਕਈ ਦਿਨ ਘਰ ਠਹਿਰਦੇ ਸਨ। ਉਹਨਾਂ ਤੋਂ ਬਾਅਦ ਪਟਿਆਲੇ ਦੇ ਹੋਏ ਸੰਤ ਗਿਆਨੀ ਸੂਰਜਪਾਲ ਸਿੰਘ ਜੀ, ਫਿਰ ਉਹਨਾਂ ਦਾ ਐਕਸੀਡੈਂਟ ਹੋ ਗਿਆ। ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਅੰਮ੍ਰਿਤਪਾਲ ਸਿੰਘ ਜੀ ਹੁਣ ਵੀ ਪਟਿਆਲੇ ਦੇ ਅੰਦਰ ਇਹਨਾਂ ਦੀ ਗੱਦੀ ਚੱਲ ਰਹੀ ਹੈ, ਹੋਰ ਥਾਵਾਂ 'ਤੇ ਵੀ ਚੱਲ ਰਹੀ ਹੈ। ਰਹੋ ਵਿਚਾਰ। ਧਰਮਦਾਸ ਜੀ ਲਿਖਦੇ ਹਨ ਕਿ ਕਈ ਅਣਜਾਣ ਲੋਕ ਕਹਿੰਦੇ ਨੇ ਕਿ ਕਬੀਰ ਤੇ ਬਾਬਾ ਨਾਨਕ ਤੋਂ ਬਹੁਤ ਸਮਾਂ ਪਹਿਲੇ ਹੋਇਆ, ਉਹਨਾਂ ਦਾ ਮਿਲਾਪ ਨਹੀਂ ਹੋਇਆ। ਇਹ ਠੀਕ ਹੈ, 70-71 ਸਾਲ ਪਹਿਲੇ ਜਨਮ ਹੋਇਆ। ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਹਿ ਲਓ, ਜਨਮ ਦਿਵਸ ਕਹਿ ਲਓ, ਪ੍ਰਗਟ ਦਿਵਸ ਕਹਿ ਲਓ, 1469 ਈਸਵੀ। ਭਗਤ ਕਬੀਰ ਜੀ ਦਾ 1398 ਈਸਵੀ। 1455 ਬਿਕਰਮੀ। ਗੁਰੂ ਨਾਨਕ ਸਾਹਿਬ ਜੀ ਦਾ ਜਨਮ 1469 ਈਸਵੀ 1526 ਬਿਕਰਮੀ। ਬੋਲੋ ਵਾਹਿਗੁਰੂ ਵਾਹਿਗੁਰੂ। ਪਰ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ 1596 ਬਿਕਰਮੀ 1526 ਸੰਮਤ। ਤੇ ਭਗਤ ਕਬੀਰ ਜੀ ਦਾ ਜੋਤੀ ਜੋਤ ਸਮਾਉਣ ਦਿਵਸ 1575 ਬਿਕਰਮੀ ਤੇ 1398 ਤੋਂ ਬਾਅਦ 1518 ਈਸਵੀ। ਭਾਵ ਗੁਰੂ ਨਾਨਕ ਸਾਹਿਬ ਜੀ ਤੋਂ 21 ਸਾਲ ਪਹਿਲੇ ਸਮਾਏ। ਗੁਰੂ ਨਾਨਕ ਸਾਹਿਬ ਦੀ ਆਰਜਾ 70 ਸਾਲ 5 ਮਹੀਨੇ ਕੁਛ ਦਿਨ, ਤੇ ਭਗਤ ਕਬੀਰ ਜੀ ਦੀ ਆਰਜਾ 120 ਸਾਲ। ਵਾਹਿਗੁਰੂ ਜੀ। ਬੋਲੋ ਵਾਹਿਗੁਰੂ। ਵਾਹਿਗੁਰੂ। ਮਿਲਾਪ ਹੋਇਆ ਹੈ ਤੇ ਕਾਂਸ਼ੀ ਵਿੱਚ ਹੋਇਆ ਹੈ। ਗਵਾਹੀ ਦੇ ਰਿਹਾ ਹੈ ਧਰਮਦਾਸ, ਭਗਤ ਕਬੀਰ ਜੀ ਦਾ ਸ਼ਿਸ਼, ਜਿਹੜਾ ਉਹਨਾਂ ਦੀ ਗੱਦੀ ਤੇ ਬੈਠਾ।
1455 ਬਿਕਰਮੀ ਨੂੰ ਜੇਠ ਸੁਦੀ 15 ਸੋਮਵਾਰ ਪੂਰਨਮਾਸ਼ੀ ਵਾਲੇ ਦਿਨ ਕਾਂਸ਼ੀ ਤੋਂ 12 ਕੋਸ ਭੂਰਾ ਜੁਲਹਾ ਪੁਰ ਵਿੱਚ ਲਹਿਰ ਤਲਾਬ ਦੇ ਕਿਨਾਰੇ ਗੁਦੜੀ ਵਿੱਚ ਲਿਪਟੇ ਹੋਏ 2 ਪੈਰ ਜੰਮੇ ਹੋਏ ਨੀਰੂ ਜੁਲਾਹਾ ਮੁਸਲਮਾਨ ਨੂੰ ਮਿਲੇ। ਉਹਨਾਂ ਨੇ ਪੁੱਤਰ ਮੰਨ ਕੇ ਪਾਲੇ ਤੇ ਪੋਸੇ। 7 ਸਾਲ ਦੀ ਉਮਰ ਹੋ ਗਈ। 7 ਸਾਲ ਦੀ ਆਰਜਾ ਦੇ ਅੰਦਰ 1462 ਬਿਕਰਮੀ ਹਾੜ ਦੇ ਮਹੀਨੇ ਗੰਗਾ ਦੇ ਕਿਨਾਰੇ ਬਰੇਤੀ ਵਿੱਚ ਜਾਏ ਲੇਟੇ। ਰਾਮਾਨੰਦ ਜੀ ਜੋ ਉਸ ਵੇਲੇ ਕਾਂਸ਼ੀ ਵਿੱਚ ਸਾਰੇ ਹੀ ਭਗਤਾਂ ਦੇ ਗੁਰੂ ਸਨ, ਬ੍ਰਾਹਮਣਾਂ ਦੇ ਗੁਰੂ ਸਨ, ਉਹ ਇਸ਼ਨਾਨ ਕਰਨ ਆਉਂਦੇ ਹਨ। ਪੈਰ ਦੀ ਠੋਕਰ ਲੱਗੀ, ਝੁਕ ਕੇ ਵੇਖਿਆ ਕੀ ਹੈ। ਦੇਖਿਆ ਇੱਕ 7 ਸਾਲ ਦਾ ਬੱਚਾ। ਸਿਰ ਤੇ ਹੱਥ ਫੇਰਿਆ, ਆਵਾਜ਼ ਦਿੱਤੀ, ਉੱਠ ਰੇ ਰਾਮ ਕੇ ਰਾਮ ਕਹੋ। ਉੱਠ ਰੇ ਰਾਮ ਕੇ ਰਾਮ ਕਹੋ। ਭਗਤ ਕਬੀਰ ਜੀ ਨੇ ਗੁਰਮੰਤਰ ਪ੍ਰਾਪਤ ਕਰ ਲਿਆ, ਚਰਨਾਂ ਤੇ ਨਮਸਕਾਰ ਕੀਤੀ ਅਤੇ ਉੱਠ ਕੇ ਤੁਰ ਪਏ। 1471 ਬਿਕਰਮੀ ਨੂੰ ਭਾਵ 16 ਸਾਲ ਦੀ ਉਮਰ ਦੇ ਅੰਦਰ ਕਬੀਰ ਜੀ ਦੀ ਸ਼ਾਦੀ ਨੇਤੀ ਜੁਲਾਹੇ ਦੀ ਬੇਟੀ ਲੋਈ ਨਾਲ ਹੋਈ। ਕੁਝ ਸਾਲਾਂ ਬਾਅਦ ਗਾਉਣ ਹੋਇਆ, ਜੋ ਪਹਿਲੇ ਰਿਵਾਜ ਸੀ। ਸ਼ਾਦੀ ਵਿਆਹ ਥੋੜਾ ਜਿਹਾ ਛੋਟੀ ਉਮਰ ਵਿੱਚ ਕਰ ਦੇਣਾ। ਜਦੋਂ ਬੱਚੇ ਬੱਚੀ ਨੇ ਭਰ ਜਵਾਨ ਹੋਣਾ, ਫਿਰ ਮੁਕਲਾਵਾ ਹੋਣਾ। ਆਪਾਂ ਮੁਕਲਾਵਾ ਕਹਿੰਦੇ ਆ, ਕਈ ਬਰਾਦਰੀਆਂ ਗਾਉਣਾ ਕਹਿੰਦੀਆਂ ਨੇ, ਗਾਉਣ। ਫਿਰ ਲੜਕੀ ਨੂੰ ਸਹੁਰੇ ਭੇਜਣਾ। ਸੋ 1471 ਬਿਕਰਮੀ ਨੂੰ ਸ਼ਾਦੀ ਹੋਈ ਅਤੇ 1481 ਬਿਕਰਮੀ ਨੂੰ ਭਾਵ 79-80 ਵਿੱਚ ਮੁਕਲਾਵਾ ਹੋਇਆ। 81 ਵਿੱਚ ਲੜਕੇ ਦਾ ਜਨਮ ਹੋਇਆ, ਜਿਸ ਦਾ ਨਾਮ ਰੱਖਿਆ ਕਮਾਲਾ। 4 ਸਾਲ ਬਾਅਦ 1485 ਬਿਕਰਮੀ ਨੂੰ ਇੱਕ ਲੜਕੀ ਦਾ ਜਨਮ ਹੋਇਆ, ਜਿਸ ਦਾ ਨਾਮ ਰੱਖਿਆ ਕਮਾਲੀ। ਜਿਹੜੀ ਸਾਖੀ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ ਕਿ ਬ੍ਰਾਹਮਣਾਂ ਨੇ ਵਿਰੋਧ ਕੀਤਾ, ਪ੍ਰਚਾਰ ਕਰ ਦਿੱਤਾ। ਬਾਬਾ ਜੀ ਵੀ ਇਹ ਸਾਖੀ ਬੜੇ ਵਿਸਥਾਰ ਵਿੱਚ ਸੁਣਾਉਂਦੇ ਸਨ ਕਿ ਕਬੀਰ ਸਾਹਿਬ ਜੀ ਨੇ ਜੱਗ ਰੱਖਿਆ ਹੈ, ਪੱਕਾ ਭੋਜਨ ਕਰਨਾ ਹੈ, ਸਾਰਿਆਂ ਨੂੰ ਦਾਨ ਦਸ਼ਨਾ ਦੇਣੀ ਹੈ। ਭਗਤ ਕਬੀਰ ਜੀ ਨੇ ਤੇ ਐਲਾਨ ਕੀਤਾ ਨਹੀਂ ਸੀ। ਜਦੋਂ ਬ੍ਰਾਹਮਣ ਘਰ ਆਉਣ ਲੱਗੇ ਤੇ ਭਗਤ ਕਬੀਰ ਜੀ ਘਰੋਂ ਚਲੇ ਗਏ। ਜਾ ਕੇ ਗੰਗਾ ਦੇ ਕਿਨਾਰੇ ਝਾੜੀਆਂ ਵਿੱਚ ਛੁਪ ਬੈਠੇ, ਰਾਮ ਰਾਮ ਦਾ ਸਿਮਰਨ ਕਰਨ ਲੱਗੇ। ਦਿਨ ਬਤੀਤ ਹੁੰਦਾ ਗਿਆ। ਇਧਰ ਪਰਮਾਤਮਾ ਨੇ ਸੋਚਿਆ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ। ਜੈ ਜੈਕਾਰ ਕਿਰ ਸੇਵਕ ਕੀ, ਤਹਾਂ ਤਹਾਂ ਉੱਠਦਾ ਵੇ। ਇਹ ਪੰਚਮ ਪਾਤਸ਼ਾਹ ਦੇ ਬਚਨ ਸੇਵਕ ਕੋ ਨਿਕਟੀ ਹੋਏ ਦਿਖਾਵੇ। ਪਰਮੇਸ਼ਰ ਨੇ ਆਪ ਕਿਰਪਾ ਕੀਤੀ, ਪਕਵਾਨ ਤਿਆਰ ਕਰਵਾਏ, ਵਰਤਾਏ। ਸਾਰੇ ਬ੍ਰਾਹਮਣਾਂ ਨੂੰ ਪੱਕਾ ਭੋਜਨ ਮਠਿਆਈ ਦਾ ਕਰਵਾਇਆ। ਨਾਲ ਝੋਲੀਆਂ ਵਿੱਚ ਵੀ ਸਵਾ ਸੇਰ ਮਠਿਆਈ ਅਤੇ ਰੁਪਏ ਦਸ਼ਨਾ ਦਿੱਤੀ। ਸਾਰੇ ਹੈਰਾਨ ਹੋ ਰਹੇ ਹਨ। ਧੰਨ ਕਬੀਰ, ਧੰਨ ਕਬੀਰ, ਧੰਨ ਕਬੀਰ ਕਰਦੇ ਤੁਰੇ ਜਾ ਰਹੇ ਹਨ। ਤੇ ਇੱਕ ਦੂਸਰੇ ਨੂੰ ਕਹਿੰਦੇ ਨੇ, ਕਬੀਰ ਹੈ ਤੇ ਗਰੀਬ ਜੁਲਾਹਾ ਸੀ,
ਪਰ ਇਤਨਾ ਪਦਾਰਥ ਕਿੱਥੋਂ ਤਿਆਰ ਕਰ ਦਿੱਤਾ। ਫਿਰ ਵਾਕਿਆ ਹੀ ਪਰਮੇਸ਼ਰ ਦਾ ਭਗਤ ਹੈ, ਪਰਮੇਸ਼ਰ ਨੇ ਉਸ ਦੇ ਭੰਡਾਰੇ ਭਰ ਦਿੱਤੇ। ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੈ ਰਲ ਮਿਲ ਪਾਈ, ਤੋਟ ਨਾ ਆਵੇ ਵਧਦੋ ਜਾਈ। ਸ਼ਾਮਾਂ ਪੈ ਗਈਆਂ, ਲੋਕ ਜਾ ਰਹੇ ਨੇ, ਤੇ ਜਦੋਂ ਭਗਤ ਕਬੀਰ ਨੇ ਆਪ ਦੀ ਵਡਿਆਈ ਸੁਣੀ, ਬੜਾ ਪ੍ਰਸੰਨ ਹੋਇਆ, ਸ਼ੁਕਰਾਨੇ ਵਿੱਚ ਜੁੜ ਗਿਆ। ਨਾਲ ਹੀ ਪੁਕਾਰ ਕੇ कहता, ना हम किया ना करेंगे, ना कर सके शरीर, जो किछ किया सो हर किया, भयो कबीर कबीर। ਇਹ ਸਾਰੀ ਘਟਨਾ 1492 ਬਿਕਰਮੀ ਨੂੰ ਵਾਪਰੀ। ਕਬੀਰ ਜੀ ਦਾ ਜਗ ਪ੍ਰਭੂ ਨੇ ਕਬੀਰ ਦਾ ਰੂਪ ਧਾਰ ਕੇ ਆਪ ਪੂਰਾ ਕੀਤਾ। ਇਹ ਲਿਖ ਰਿਹਾ ਹੈ ਧਰਮਦਾਸ, ਭਗਤ ਕਬੀਰ ਜੀ ਦਾ ਸ਼ਿਸ਼ ਚੇਲਾ। ਸਮਾਂ ਬਤੀਤ ਹੁੰਦਾ ਗਿਆ, ਭਗਤ ਕਬੀਰ ਜੀ ਭਗਤੀ ਕਰਕੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ। ਪਰਮੇਸ਼ਰ ਦੀ ਪ੍ਰਸੰਨਤਾ ਲਈ ਅਤੇ ਆਪਣੀ ਜਾਤ ਨੂੰ, ਆਪਣੇ ਜਨਮ ਨੂੰ ਛੁਪਾਇਆ ਨਹੀਂ। ਆਪ ਆਪਣੀ ਰਚਨਾ ਵਿੱਚ ਪੁਕਾਰ ਕੇ ਕਹਿ ਦਿੱਤਾ, 1368 ਅੰਗ, ਕਬੀਰ ਜਾਤ ਜੁਲਾਹਾ ਕਿਆ ਕਰੇ, ਹਿਰਦੇ ਬਸੇ ਗੋਪਾਲ। ਜਾਤ ਤੇ ਮੇਰੀ ਜੁਲਾਹਾ ਹੈ, ਪਰ ਇਹ ਕੀ ਕਰੇ? ਹਿਰਦੇ ਵਿੱਚ ਤੇ ਸ੍ਰਿਸ਼ਟੀ ਦਾ ਰਾਖਾ ਪ੍ਰਭੂ ਉਹ ਆਪ ਵਸਦਾ ਹੈ। ਜੋ ਇੱਕ ਬਚਨ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਵਰਣਨ ਕਰਦੇ ਹਾਂ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਭਗਤ ਕਬੀਰ ਜੀ ਨੇ ਦੋਨਾਂ ਦਾ ਨਿਖੇਧ ਕੀਤਾ। ਕਬੀਰ ਜਾਤ ਜੁਲਾਹਾ ਕਿਆ ਕਰੇ, ਹਿਰਦੇ ਬਸੇ ਗੋਪਾਲ। ਰਾਮਈਆ ਕੰਠ ਮਿਲ, ਕਬੀਰ ਰਾਮਈਆ ਕੰਠ ਮਿਲ, ਚੂਕੈ ਸਰਬ ਜੰਜਾਲ। कबीर मेरी जात को सबको हंसने हार, बलिहारी इस जात को जे जपियो सिरजनहार। ਅਸੀਂ ਆਪਣੀ ਜਾਤ ਛੁਪਾਉਂਦੇ ਹਾਂ। ਅੱਜ ਵੀ ਅਸੀਂ ਵੇਖਦੇ ਹਾਂ ਕਈ ਐਸੀ ਨੀਵੀਂ ਜਾਤ ਵਾਲੇ ਆਪਣੀ ਜਾਤ ਨੂੰ ਛੁਪਾ ਕੇ ਉੱਚੀ ਜਾਤ ਆਪਣੇ ਨਾਮ ਨਾਲ ਲਾ ਲੈਂਦੇ ਹਨ, ਤੇ ਕਈਆਂ ਨੇ ਲਾਈ ਹੋਈ ਹੈ। ਬੋਲੋ ਵਾਹਿਗੁਰੂ। ਆਪਾਂ ਇਸ ਵਿਸਥਾਰ ਵਿੱਚ ਨਹੀਂ ਜਾਣਾ, ਰਹੋ ਵਿਚਾਰ। राम कबीरे भेद न पाई, राम कबीरे भेद न पाई। राम कबीरे भेद न पाई, राम कबीरे भेद न पाई। राम कबीरे भेद न पाई, राम कबीरे भेद न पाई। राम कबीरे भेद न पाई, राम कबीरे भेद न पाई। पंचम पातशाह भी फरमाते ने, बुनना तनना त्याग कै, प्रीत चरण कबीरा, नीच कुला जुलाहरा, पयो गुणी गहीर। ਜਦੋਂ ਭਗਤ ਕਬੀਰ ਜੀ ਨੂੰ ਸਵਾਲ ਕੀਤਾ ਗਿਆ ਕਿ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ, ਤੁਸੀਂ ਕਿਹੜਾ, ਤੁਹਾਡਾ ਗੁਰੂ ਕੌਣ ਹੈ? ਪੀਰ ਹੈ, ਪੈਗੰਬਰ ਹੈ, ਰਹਿਬਰ ਹੈ,
ਕਿ ਕੋਈ ਹੋਰ ਸਾਧੂ ਹੈ? ਤੇ ਭਗਤ ਕਬੀਰ ਜੀ ਨੇ ਬੜਾ ਛੋਟਾ ਜਿਹਾ ਜਵਾਬ ਦੇ ਦਿੱਤਾ। ਜਵਾਬ ਬੜਾ ਪਿਆਰਾ ਹੈ। ਕਹਿੰਦੇ ਹਨ ਕਬੀਰ ਹਮ ਪ੍ਰਗਟ ਪੈ, ਹਮ ਪ੍ਰਗਟ ਪੈ, ਅਸ ਤੇ ਪ੍ਰਗਟ ਹੋਏ ਆ। ਬੋਲੋ ਵਾਹਿਗੁਰੂ। ਵਾਹਿਗੁਰੂ। ਸਾਡਾ ਗੁਰੂ ਕੌਣ ਹੈ? ਸਵਾਮੀ ਰਾਮਾਨੰਦ। ਗੁਰੂ ਨੇ ਕੀ ਕੀਤਾ? ਜਪਦੇ ਰਾਮ ਰਾਮ ਪਹਿਲੇ ਵੀ ਸਾਂ, ਪਹਿਲੇ ਦੁਆਦਸ਼ ਮੰਤਰ ਦਾ ਜਾਪ ਵੀ ਕਰਦੇ ਸਨ। ਓਮ ਨਮੋ ਭਗਵਤੈ ਵਾਸੁਦੇਵੇ, ਇਹ ਗਾਇਤਰੀ ਮੰਤਰ 12 ਅੱਖਰਾਂ ਦਾ। ਓਮ ਨਮੋ ਵਾਸੁਦੇਵੇ, ਓਮ ਨਮੋ ਭਗਵਤੈ ਵਾਸੁਦੇਵੇ। ਹਮ ਪ੍ਰਗਟ ਪੈ ਰਾਮਾਨੰਦ ਚੇਤਾਏ, ਸਾਨੂੰ ਚੇਤੇ ਕਰਾ ਦਿੱਤਾ ਰਾਮਾਨੰਦ ਨੇ। ਇੱਥੇ ਇੱਕ ਗੱਲ ਮੈਂ ਹੋਰ ਕਹਿ ਦਿਆਂ ਸਾਡੇ ਸਿੱਖ ਜਗਤ ਦੀ। ਕਈ ਵਾਰ ਕਈ ਪ੍ਰੇਮੀ ਸੱਜਣ ਕਹਿ ਲਈਏ, ਉਹ ਕਹਿੰਦੇ ਨੇ ਜੀ ਗੁਰਮੰਤਰ ਦਿਓ। ਜੇ ਕਹਿ ਦਈਏ ਵੀ ਆਪਾਂ ਨੂੰ ਗੁਰਮੰਤਰ ਤੇ ਗੁਰੂ ਨੇ ਦਿੱਤਾ ਹੋਇਆ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਏ, ਕਹਿਣ ਲੱਗੇ ਇਸ ਦਾ ਤਾਂ ਸਾਨੂੰ ਪਹਿਲਾਂ ਹੀ ਪਤਾ, ਤੁਸੀਂ ਕੀ ਦਿੱਤਾ? ਖਿਆਲ ਕਰ ਰਹੇ ਨਾ, ਇਕੱਲਾ ਕੋਈ ਵੀ ਮੰਤਰ ਨਹੀਂ ਦੇ ਸਕਦਾ। ਜਿਤਨੀ ਦੇਰ 239 ਸਾਲ ਦਾ ਸਮਾਂ ਗੁਰੂ ਸਾਹਿਬਾਨ ਇਸ ਸੰਸਾਰ ਤੇ ਰਹੇ, 10 ਸਰੂਪਾਂ ਵਿੱਚ ਰਹੇ, 10 ਜੋਤ ਸਰੀਰਾਂ ਵਿੱਚ ਰਹੇ, 230 ਸਾਲ ਤੱਕ ਤੇ ਗੁਰਮੰਤਰ ਦਿੰਦੇ ਰਹੇ। ਪਰ ਜਦੋਂ 1699 ਈਸਵੀ ਨੂੰ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਗੁਰੂ ਸਥਾਪਨ ਕਰ ਦਿੱਤਾ, ਉਹਨਾਂ ਤੋਂ ਆਪ ਗੁਰਮੰਤਰ ਲਿਆ, ਫਿਰ ਇਹ ਮਰਿਆਦਾ ਬਣ ਦਿੱਤੀ। ਹੁਣ ਵੀ ਜੇ ਸਿੱਖ ਨੇ ਗੁਰਮੰਤਰ ਪ੍ਰਾਪਤ ਕਰਨਾ, ਇਹੋ ਜੁਗਤ ਅਪਣਾਉਣੀ ਪਏਗੀ। ਭਾਵੇਂ ਪਤਾ ਹੋਵੇ ਵੀ ਸਹੀ, ਪਰ ਉਹ ਫਲੀਭੂਤ ਨਹੀਂ ਹੋਵੇਗਾ। ਕਦੇ ਗੌਰ ਕਰਿਓ, ਆ ਕਣਕ ਦਾ ਬੀਜ ਲੈ ਲਓ, ਆਪਣੇ ਆਪ ਜ਼ਮੀਨ ਤੇ ਡਿੱਗ ਪਵੇ, ਕਦੇ ਪ੍ਰਫੁੱਲਤ ਹੁੰਦਾ? ਨਹੀਂ ਨਾ ਹੁੰਦਾ। ਉਹੀ ਜ਼ਿਮੀਂਦਾਰ ਪਰੋ ਕੇ ਪਾ ਦੇਵੇ, ਉਹੀ ਧਰਤੀ ਵਿੱਚੋਂ ਇੱਕ ਦਾਣਾ 100 ਦਾਣਿਆਂ ਨੂੰ ਜਨਮ ਦੇ ਜਾਂਦਾ ਹੈ। ਇਹ ਜੁਗਤ ਹੈ। ਏਕਾ ਸੁਰਤ ਜੇਤੇ ਹੈ ਜੀ, ਸੁਰਤ ਵਿਹੂਣਾ ਕੋਏ ਨਾ ਕੀ, जेहि सुरत तेहा तिन राहो, लेखा एको आवो जा। कबीर हम प्रगट पै रामानंद चेताए। भाई साहब भाई गुरदास जी ने भी अपनी पौड़ी विच वर्णन किया है। होए बिरक्त बनारसी रहिंदा रामानंद गुसाई, अमृत वेले उठ के जांदा गंगा नामन ताई, अगों ही दे जाए के लम्मा पिया कबीर ते थाई, पैरी टुंब उठा लिया बोलो राम सिख समझाई। बस राम बोल। बोलो सच नाम करतार, 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 बोलो सच नाम करतार।
राम राम बोल बोल खोजते वड भागी। राम जपतियां जपतियां सिमरन करदियां करदियां बोलो राम सिख समझाई। ज्यों लोहा पारत छोए चंदन वास निम महकाई। पशु परेतों देवकार पूरे सतगुर की वडियाई। अचरज नूं अचरज मिलै विस्मादे विस्माद मिलाई। जरना जरदा निजरों गुरमुख बाणी अगड़ कड़ाई। राम कबीरे भेद न पाई। राम कबीरे भेद न पाई। और राम विच कबीर विच कोई भेद नहीं रहा। इसका वर्णन कबीर ने आप कर दिता कि मेरे विच ते राम विच हुण कोई फर्क नहीं। बोलो वाहिगुरू ਵਾਹਿਗੁਰੂ सारे उची बोलो वाहिगुरू। ਵਾਹਿਗੁਰੂ आ जेड़ा कोल बैठा सौ जाया करे ना उन्होंने उठा दिया करो, ये भी पुन लगेगा। फिर बोलो वाहिगुरू। ਵਾਹਿਗੁਰੂ आ वाहिगुरू बोलन का मतलब भी यहो ही है कि सुचेत हो जाओ, गल सुन लो समझ लो, छुपाया नहीं। जिस तरह दसम पातशाह ने आप फरमाया हार हार जन दो एक है। हार हर जन हरि ते हरि दा दास दो एक है। बेविचार कशना है जलते उपज तरंग ज्यों जल ही बिके समा। ते भगत कबीर जी ने भी साफ कह दिता कबीर मन निर्मल पाया। कबीर मन निर्मल पाया जैसे गंगा नीर पाछे लागो हर फिरे कहत कबीर कबीर। कोई समा सी जदों कबीर हरि दे पिछे फिरदा सी कि एक बार दर्शन ते दे, एक बार दीदार ते दे। हुण समा वो आ गया, हुण परमेश्वर मेरे मगर है, मेरे सिर ते है। बोलो वाहिगुरू। ਵਾਹਿਗੁਰੂ मामा अगे तुरदियां ने उंगल ला के बच्चे नूं पिछे तोरदियां ने ना। थोड़ा जिहा बच्चा वड्डा हो जाता है, वो उंगल छड़ाउंदा है, वो अगे अगे दौड़दा है। जिहड़ी मां आप अगे लग के फड़ के तोरदी सी, अज वो बच्चे दे पिछे पिछे पई दौड़दी है ना। मां ते ओही है। ते भगत कबीर जी ने भी पुकार के कह दिता राम मैया हाँ बारक तेरा काहे ना खंडस अवगुण मेरा। सोत अपराध करत है जेते जननी चीत ना राखस देते। कबीर मन निर्मल पाया जैसे गंगा नीर पाछे लागो हर फिरे कहत कबीर कबीर। कबीर तू तू करता तू हुआ, तू तू करता तू हुआ, मुझ में रहा न हूँ। जब आपा परखा मिट गया जात देखा तत तू। फिर इथों तक कह दिता अब तो जाए चढ़े सिंहासन। अब तो जाए चढ़े सिंहासन मिल है सारंग पानी। राम कबीरा एक पै है कोई न सके पछानी। हुण राम ते कबीर हो एक हो गए। हुण कोई वख नहीं कर सकता, ते वख करके पछाण करके नहीं कह सकता आ जुलाहा कबीर है कि आ राम है। बोलो वाहिगुरू। ਵਾਹਿਗੁਰੂ ख्याल कर लेना जदों ये अवस्था हुंदी है ते धर्म दे आगू
ਪੁਜਾਰੀ, ਪੈਗੰਬਰ ਸਾਰੇ ਹੀ ਵਿਰੋਧ ਵਿੱਚ ਖੜੇ ਹੋ ਜਾਂਦੇ ਨੇ। ਕੋਈ ਇੱਕ ਵਿਰੋਧ ਨਹੀਂ ਕਰਦਾ। ਦਾਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਪੁਰਬ ਤੇ ਵੀ ਇਹੋ ਬੇਨਤੀ ਕੀਤੀ ਸੀ। ਵਿਰੋਧ ਤੇ ਉਦੋਂ ਹੀ ਸ਼ੁਰੂ ਹੋ ਗਿਆ, ਮੁਸਲਮਾਨਾਂ ਵੱਲੋਂ ਵੀ ਸ਼ੁਰੂ ਹੋ ਗਿਆ, ਹਿੰਦੂਆਂ ਵੱਲੋਂ ਵੀ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਦਾ ਵਿਰੋਧ ਸ਼ੁਰੂ ਹੋ ਗਿਆ। 8 ਸਾਲ ਦੀ 7 ਸਾਲ ਦੀ ਉਮਰ ਵਿੱਚ ਰਾਮਾਨੰਦ ਜੀ ਤੋਂ ਉਪਦੇਸ਼ ਲਿਆ। ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਲਾਦ ਜਪਿਓ ਹਰ ਜੈਸੇ। 8 ਸਾਲ ਦੀ ਉਮਰਾਂ ਹੋ ਗਈ। ਮੁੱਲਾਂ ਅਤੇ ਕਾਜ਼ੀਆਂ ਨੇ ਫਤਵਾ ਲਾ ਦਿੱਤਾ ਕਿ ਹੇ ਨੀਰੂ ਜੁਲਾਹੇ, ਤੇਰਾ ਬੱਚਾ ਵੱਡਾ ਹੋ ਗਿਆ, ਹੁਣ ਇਸ ਦੀ ਸੁੰਨਤ ਕਰ ਦੇਣੀ ਚਾਹੀਦੀ ਹੈ। ਜਦੋਂ ਸੁੰਨਤ ਕੀਤੀ ਜਾਂਦੀ ਸੀ, ਕਈ ਕਿਸਮ ਦੇ ਭੋਜਨ ਪਕਵਾਨ ਤਿਆਰ ਕੀਤੇ ਜਾਂਦੇ ਸਨ। ਜਿਸ ਤਰ੍ਹਾਂ ਸਾਡੇ ਰਿਵਾਜ ਹੈ, ਬੱਚੇ ਦਾ ਜਨਮ ਦਿਨ ਕਰਨਾ ਹੈ, ਛਠੀ ਕਰਨੀ ਹੈ, ਸੱਜਣਾ ਮਿੱਤਰਾਂ ਨੂੰ ਸੱਦਣਾ ਹੈ, ਰਿਸ਼ਤੇਦਾਰਾਂ ਨੂੰ ਬੁਲਾਉਣਾ ਹੈ, ਮਠਿਆਈਆਂ, ਭੋਜਨ ਅਨੇਕ ਪ੍ਰਕਾਰ ਦੇ ਤਿਆਰ ਕਰਨੇ। ਰਿਸ਼ਤੇਦਾਰਾਂ ਵੀ ਸ਼ਾਮਲ ਹੋਣਾ, ਖਾਣ ਪੀਣ ਵਾਲਿਆਂ ਵੀ ਸ਼ਾਮਲ ਹੋਣਾ ਤੇ ਧਾਰਮਿਕ ਆਗੂਆਂ ਨੇ ਵੀ ਸ਼ਾਮਲ ਹੋਣਾ। ਬੋਲੋ ਵਾਹਿਗੁਰੂ। ਵਾਹਿਗੁਰੂ। ਮੁੱਲਾ ਸੀ ਧਾਰਮਿਕ, ਕਾਜੀ ਧਾਰਮਿਕ ਵੀ ਹੈ, ਨਿਆਂ ਕਰਨ ਵਾਲਾ ਵੀ ਹੈ। ਕਾਜੀ ਹੋਏ ਕੇ ਬਹਿ ਨਿਆਏ ਆ ਗਏ। ਜਦੋਂ ਭਗਤ ਕਬੀਰ ਜੀ ਨੂੰ ਕਿਹਾ ਕਿ ਤੇਰੀ ਹੁਣ ਸੁੰਨਤ ਕਰਨੀ ਹੈ, ਭਗਤ ਕਬੀਰ ਜੀ ਖੜੇ ਹੋ ਗਏ। ਕਹਿਣ ਲੱਗੇ ਮੈਂ ਸੁੰਨਤ ਨਹੀਂ ਕਰਾਉਣੀ। ਕਹਿਣ ਲੱਗੇ ਸੁੰਨਤ ਕਰਨ ਤੋਂ ਬਗੈਰ ਪੱਕਾ ਮੁਸਲਮਾਨ ਨਹੀਂ ਬਣਿਆ ਜਾਂਦਾ, ਇਸ ਵਾਸਤੇ ਕਰਨੀ ਜ਼ਰੂਰੀ ਹੈ। ਫਿਰ ਇਨਕਾਰ ਕੀਤਾ। ਫਿਰ ਕਹਿਣ ਲੱਗੇ ਕੀ ਤੂੰ ਹਿੰਦੂ ਹੈ? ਹਿੰਦੂ ਸੁੰਨਤ ਨਹੀਂ ਕਰਦੇ, ਮੁਸਲਮਾਨ ਕਰਦੇ ਆ। ਭਗਤ ਕਬੀਰ ਜੀ ਨੇ 8 ਸਾਲ ਦੀ ਉਮਰ ਵਿੱਚ ਸਵਾਲ ਖੜਾ ਕਰ ਦਿੱਤਾ, ਹਿੰਦੂ ਤੁਰਕ ਕਹਾਂ ਤੇ ਆਏ? ਤੁਸੀਂ ਕਹਿੰਦੇ ਹੋ ਅਸੀਂ ਤੁਰਕ ਹਾਂ, ਆਹ ਕਹਿੰਦੇ ਨੇ ਅਸੀਂ ਹਿੰਦੂ ਹਾਂ, ਆਏ ਕਿੱਥੋਂ? ਕਿਨ ਇਹ ਰਾਹ ਚਲਾਈ? ਇਹ ਕੋਈ ਅਤਕਥਨੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਦਰਜ ਹੈ, ਪ੍ਰਮਾਣਿਕ ਹੈ, 470 ਅੰਗ। ਇਹ ਹਿੰਦੂ ਤੇ ਮੁਸਲਮਾਨ ਦੀ ਰਾਹ ਕਿਸ ਨੇ ਚਲਾਈ ਹੈ? ਹੁਣ ਹਿੰਦੂ ਪਰਿਵਾਰ ਵੀ ਸਨ, ਮੁਸਲਮਾਨ ਵੀ ਸਨ। ਜਿਸ ਤਰ੍ਹਾਂ ਕਿਧਰੇ ਸ਼ਗਨ ਹੁੰਦਾ ਹੈ, ਬੱਚੇ ਦਾ ਜਨਮ ਦਿਨ ਹੁੰਦਾ ਹੈ, ਵਿਆਹ ਹੁੰਦਾ ਹੈ, ਸਾਰੇ ਇਕੱਠੇ ਹੋਏ ਹੁੰਦੇ ਨੇ। ਕਹਿਣ ਲੱਗੇ ਜੀ ਇਬਰਾਹਿਮ ਪੈਗੰਬਰ ਨੇ ਇਹ ਸੁੰਨਤ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਨੇ ਰੀਤ ਚਲਾ ਦਿੱਤੀ, ਇਹ ਮਰਿਆਦਾ ਚਲਾ ਦਿੱਤੀ। ਹੁਣ ਉਹ ਜੋ ਸੁੰਨਤ ਕਰਨ ਦੀਆਂ ਕਹਾਣੀਆਂ ਨੇ ਉਹ ਸੰਗਤ ਵਿੱਚ ਕਈਆਂ ਨਹੀਂ ਜਾ ਸਕਦੀਆਂ। ਮਾਫ ਕਰਿਓ, ਸਾਡੇ ਕੋਲ ਇਤਨਾ ਜਿਗਰਾ ਨਹੀਂ ਕਿ ਅਸੀਂ ਇਹ ਕੁਝ ਸੁਣ ਸਕੀਏ। ਆ ਛੋਟੀ ਜੀ ਗੱਲ ਹੈ, ਅੰਡ ਜੇਰ ਸੇਤਜ ਕੀਨੀ ਉਤਪੁਜ ਖਾਨ ਬਹੁ ਰਚ ਦੀਨੀ। ਰੋਜ਼ ਸਾਰੇ ਪੜ੍ਹਦੇ ਨੇ, ਸਾਰੇ ਪੜ੍ਹਦੇ ਨੇ ਨਾ, ਪਰ ਜੇ ਇਹਨਾਂ ਦੇ ਅਰਥ ਕਰੋ ਤੇ ਲੋਕੀ ਕਹਿੰਦੇ ਬਾਬਿਆਂ ਨੂੰ ਇਹੋ ਹੀ ਆਉਂਦੇ ਨੇ, ਹੋਰ ਕੋਈ ਨਹੀਂ ਆਉਂਦਾ। ਅੰਡ ਜੇਰ ਸੇਤਜ ਉਤਪੁਜ ਤੇਰੇ ਕੀਤੇ ਜਨਤਾ, ਏਕ ਨੂਰ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤਾ।
ਤੇ ਭਗਤ ਕਬੀਰ ਜੀ ਨੇ ਵੀ ਇਹੋ ਪੁਕਾਰ ਕੇ ਕਿਹਾ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਾਂ, ਜੇ ਪੜ੍ਹਨਾ ਹੋਵੇ ਤੇ ਸਾਰੇ ਟੀਕਿਆਂ ਵਿੱਚ ਲਿਖਿਆ ਹੋਇਆ ਹੈ ਕਿ ਸੁਨਨਤ ਕਿਵੇਂ ਕੀਤੀ ਜਾਂਦੀ ਹੈ, ਕੀ ਹੁੰਦੀ ਹੈ, ਕਿਉਂ ਇਹ ਸ਼ੁਰੂ ਹੋਈ ਤੇ ਕਿਉਂ ਕੀਤੀ ਗਈ। ਬੋਲੋ ਵਾਹਿਗੁਰੂ। ਵਾਹਿਗੁਰੂ। ਕਿਉਂਕਿ ਕਈ ਇਸ ਨੂੰ ਫਿਰ ਉਲਟੇ ਪਾਸੇ ਲੈ ਜਾਂਦੇ ਨੇ, ਕਾਮ ਵਾਸ਼ਨਾ ਵੱਲ। ਤੇ ਭਗਤ ਕਬੀਰ ਜੀ ਨੇ ਵੀ ਇਹੋ ਇਸ਼ਾਰਾ ਕੀਤਾ ਹੈ, ਹਿੰਦੂ ਤੁਰਕ ਕਹਾਂ ਤੇ ਆਏ, ਕਿਨੇ ਰਾਹ ਚਲਾਈ, ਦਿਲ ਮੈਂ ਸੋਚ ਵਿਚਾਰ ਕਵਾਦੇ, ਬਿਸ ਦੋਜੇ ਕਿਨ ਪਾਈ। हे कवादे, हे झगड़ालू पुरुष, अपने दिल में सोच विचार के दस, स्वर्ग किसने प्राप्त किया ते नरक किसने प्राप्त किया। काजी तै कमन कतेब बखानी, पढ़त गुण ते ऐसे सब मारे, किन्हू खबर ना जानी। तू दस किहड़े कतेब विच ये गल वर्णन की है। जिस तरह हुण मैं कह रहा कि गुरु ग्रंथ साहिब की बाणी है, जिस नूं शक होवे, शुभा होवे, अंग आप वेख के शब्द पढ़ सकता है तो उसके अर्थ भी पढ़ सकता है। बोलो वाहिगुरू। वाहिगुरू। सखत स्नेहो कर सुन्नत करिए, मैं ना बदोगा पाई। ਇਹ ਜਿਹੜੀ ਸੁਨਨਤ ਕਰਨੀ ਹੈ ਤਾਂ ਔਰਤ ਦੇ ਪਿਆਰ ਵਿੱਚ ਮਸਤ ਹੋ ਕੇ ਫਿਰ ਸੁਨਨਤ ਕਰਵਾਈ ਜਾਂਦੀ ਹੈ। ਸ਼ਕਤ ਸਨੇਹੋ, ਸ਼ਕਤ ਦਾ ਅਰਥ ਹੈ ਸ਼ਕਤੀ, ਮਾਇਆ, ਔਰਤ। ਔਰਤ ਦੇ ਨਾਲ ਸਨੇਹ ਕਰਕੇ ਸੁਨਨਤ ਕਰਵਾਈ ਜਾਂਦੀ ਹੈ। ਮੈਂ ਨਾ ਬਦੋਗਾ ਭਾਈ, ਪਰ ਮੈਂ ਤੁਹਾਡੀ ਗੱਲ ਨਹੀਂ ਮੰਨਾਂਗਾ, मैं नहीं मन्नागा, मेरा इनकार है, मेरा जवाब है। वो कहते खुदा दा हुक्म नहीं मनता, कहता खुदा दा हुक्म ते मनता। जौरे खुदाए मोह तुरक करेगा, आपन ही कट जाई। जे खुदा ने चाहा कि मैं तुरक बना, मैं उसका बंदा ना बना, तो फिर अपने आप ही सुन्नत हो जाएगी, कट जाएगी। तो दूसरी गल, सुन्नत कीए तुरक जे होएगा, औरत का क्या करिए। जे सुन्नत कीतियां ही कोई तुरक हुंदा है तो फिर औरत की सुन्नत तो हो ही नहीं सकती। दसो फिर उसका की करिए। आज साडे भी यहो सवाल पैदा हुंदा है। बीबी चाहती है मैं अमृत छक लवां, आदमी कहता तू छकना तो छक ला, मैं नहीं छकना। ਜਾਂ आदमी कहता मैं छकना तो बीबी कहती मैं तो फैशन करना है, मैथों नहीं है बंधन च पिया जाता। पर गुरु का हुक्म तो है कि दोनों। बोलो वाहिगुरू। वाहिगुरू। बस इतना ही कहना काफ़ी है, क्योंकि जे उन्हां लई है तो अपने लिए भी सत उपदेश है। जदों अमृतपान करना है दोनों ਲਈ करना है, पर समय की बदलाहट करके हुण पंज प्यारे भी ढेल देन लग पे। असी भी ढेल देन लग पे कि घर चो चलो एक जी ते हो जाए, किला ते गढ़िया जाए, नींह ते रखी जाए, बूटा ते लग जाए, सिखी दा बूटा। बोलो वाहिगुरू। वाहिगुरू। रहो विचार। भगत कबीर जी कहते ने सुन्नत किए तुरक जे होएगा, औरत का क्या करिए, अर शरीरी नार ना छोड़ो, ताते हिंदू ही रहिए। हुण औरत अर शरीरी है, शरीर दे आदि मालक है। दो शरीर जुड़ के ही पूरे हुंदे हन, अद्धा मनुख दा अद्धा औरत दा। अर शरीरी नार ना छोड़ो, ताते हिंदू ही रहिए। छाड़ कतेब राम पज बौरे, जुल्म करत है पारी, कबीरे पकड़ी टेक राम की,
ਤੁਰਕ ਰਹਿ ਪਾਚਹਾਰੀ। ਇਹ ਗੱਲ ਸੁਣ ਕੇ ਬ੍ਰਾਹਮਣ ਬੜੇ ਖੁਸ਼ ਹੋਏ, ਕਹਿਣ ਲੱਗੇ ਹੁਣ ਸਾਡਾ ਹੀ ਹੈ। ਭਗਤ ਕਬੀਰ ਨੇ ਤਾਂ ਕਹਿਤਾ ਨਾ ਹਮ ਹਿੰਦੂ ਨਾ ਮੁਸਲਮਾਨ, ਪਰ ਜਦੋਂ ਉਹਨੇ ਮੁਸਲਮਾਨਾਂ ਨੂੰ ਇਨਕਾਰ ਕਰ ਦਿੱਤਾ, ਕਾਜੀ ਨੂੰ, ਮੁੱਲਾ ਨੂੰ ਇਨਕਾਰ ਕਰ ਦਿੱਤਾ ਕਿ ਤਾਤੇ ਹਿੰਦੂ ਹੀ ਰਹੀਏ, ਮੈਂ ਹਿੰਦੂ ਹੀ ਚੰਗਾ, ਬੜੇ ਖੁਸ਼ ਹੋਏ। ਕਹਿਣ ਲੱਗੇ ਫਿਰ ਜਨੇਊ ਪਾਓ, ਤਿਲਕ ਲਗਾਓ, ਪੂਜਾ ਕਰੋ, ਧੋਤੀ ਪਹਿਨੋ। ਭਗਤ ਕਬੀਰ ਕਹਿਣ ਲੱਗੇ ਠੀਕ ਹੈ, ਤੁਸੀਂ ਬੜੇ ਸਿਆਣੇ ਹੋ। ਕੌਰੇ ਪੰਡਤ ਬਾਹਮਣ ਕਬ ਕੇ ਹੋਏ। ਹੁਣ ਭਗਤ ਕਬੀਰ ਜੀ ਬਾਹਮਣ ਦੇ ਦੁਆਲੇ ਹੋ ਗਏ। ਸਾਰੇ ਬੋਲੋ ਵਾਹਿਗੁਰੂ। ਵਾਹਿਗੁਰੂ ਜੀ। ਫਿਰ ਵੀ ਬੋਲੋ ਵਾਹਿਗੁਰੂ। ਵਾਹਿਗੁਰੂ। ਕੌਰੇ ਪੰਡਤ, ਪੰਡਤ ਦੱਸ ਬਾਹਮਣ ਕਬ ਕੇ ਹੋਏ, ਤੂੰ ਕਦੋਂ ਦਾ ਬ੍ਰਾਹਮਣ ਬਣ ਗਿਆ। ਬਾਹਮਣ ਕਹਿ ਕੇ ਜਨਮ ਮਤ ਖੋਏ। ਆਪਣੇ ਆਪ ਨੂੰ ਉੱਚੀ ਜਾਤ ਵਾਲਾ ਬ੍ਰਾਹਮਣ ਕਹਿ ਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਨਾ ਗਵਾ। ਕਹਿਣ ਲੱਗਾ ਜੀ ਮੈਂ ਬ੍ਰਾਹਮਣ ਤਾਂ ਉਦੋਂ ਤੋਂ ਹੋਇਆ ਜਦੋਂ ਬ੍ਰਾਹਮਣੀ ਦੇ ਘਰ ਪੈਦਾ ਹੋਇਆ। ਇਹੋ ਹੀ ਗੱਲ ਆਪਾਂ ਕਹਿੰਦੇ ਹਾਂ ਨਾ ਕਿ ਕੋਈ ਵੀ ਜਾਤ ਲੈ ਲਈਏ, ਕੋਈ ਵੀ ਬਰਾਦਰੀ ਲੈ ਲਈਏ, ਖੱਤਰੀਆਂ ਦੇ ਘਰ ਪੈਦਾ ਹੋ ਗਿਆ ਖੱਤਰੀ, ਜੱਟਾਂ ਦੇ ਘਰ ਪੈਦਾ ਹੋ ਗਿਆ ਬ੍ਰਾਹਮਣਾਂ ਦੇ ਘਰ ਪੈਦਾ ਹੋ ਗਿਆ ਬ੍ਰਾਹਮਣ, ਸ਼ੂਦਰਾਂ ਦੇ ਘਰ ਪੈਦਾ ਹੋ ਗਿਆ ਸ਼ੂਦਰ। ਪਰ ਇੱਕ ਗੱਲ ਖਿਆਲ ਰੱਖਿਓ, ਭਗਤ ਕਬੀਰ ਕਹਿੰਦੇ ਨੇ ਤੂੰ ਬ੍ਰਾਹਮਣੀ ਨੇ ਜਨਮ ਦਿੱਤਾ। ਕਹਿੰਦਾ ਜੀ ਹਾਂ। ਫਿਰ ਬ੍ਰਾਹਮਣੀ ਨੂੰ ਕਿਸ ਨੇ ਜਨਮ ਦਿੱਤਾ? ਉਸ ਦੇ ਮਾਤਾ ਪਿਤਾ ਬ੍ਰਾਹਮਣ ਸਨ, ਉਹਨਾਂ ਨੇ ਜਨਮ ਦਿੱਤਾ। ਫਿਰ ਗੱਲ ਅੱਗੇ ਚੱਲ ਪਈ, ਉਹਨਾਂ ਨੂੰ ਕਿਸ ਨੇ ਜਨਮ ਦਿੱਤਾ? ਉਹਨਾਂ ਨੂੰ ਵੀ ਬ੍ਰਾਹਮਣ ਨੇ ਤੇ ਬ੍ਰਾਹਮਣੀ ਨੇ ਜਨਮ ਦਿੱਤਾ। ਅਖੀਰ ਤੇ ਗੱਲ ਆ ਗਈ ਕਿ ਬ੍ਰਹਮਾ ਨੇ ਜਨਮ ਦਿੱਤਾ ਤੇ ਬ੍ਰਾਹਮਣ ਪੈਦਾ ਹੋਇਆ। ਹੁਣ ਭਗਤ ਕਬੀਰ ਜੀ ਵੀ ਸੂਰਮੇ ਸਨ, ਗਿਆਨ ਦੇ ਸਾਗਰ ਸਨ। ਕਹਿਣ ਲੱਗੇ ਤੁਹਾਨੂੰ ਬ੍ਰਹਮਾ ਨੇ ਜਨਮ ਦਿੱਤਾ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ, ਤੈਨੂੰ ਬ੍ਰਾਹਮਣੀ ਨੇ ਜਨਮ ਦਿੱਤਾ, ਤੂੰ ਬ੍ਰਾਹਮਣ ਬਣ ਗਿਆ। ਬ੍ਰਹਮਾ ਨੇ ਜਨਮ ਦਿੱਤਾ, ਤੂੰ ਬ੍ਰਾਹਮਣ ਬਣ ਗਿਆ। ਦੱਸ ਬ੍ਰਹਮਾ ਨੂੰ ਕਿਸ ਨੇ ਜਨਮ ਦਿੱਤਾ? ਜਿਹੜਾ ਸਭ ਦਾ ਮੂਲ ਹੈ, ਸਭ ਦਾ ਮੁੱਢ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਨਾਭ ਕਮਲ ਤੇ ਬ੍ਰਹਮਾ ਉਪਜੇ। ਬ੍ਰਹਮਾ ਨੂੰ ਕਿਸੇ ਬ੍ਰਾਹਮਣੀ ਨੇ ਜਨਮ ਨਹੀਂ ਦਿੱਤਾ। ਬੋਲੋ ਵਾਹਿਗੁਰੂ। ਵਾਹਿਗੁਰੂ। ਨਾਭ ਕਮਲ ਤੇ ਬ੍ਰਹਮਾ ਉਪਜੈ, ਵੇਦ ਪੜੇ ਮੋਕੰਠ ਸਵਾਰ। ਤਾਕੋ ਅੰਤ ਨ ਜਾਈ ਲਖਣਾ, ਆਵ ਜਾਵਤ ਰਹਿ ਗੁਬਾਰ। ਤੇ ਨਾਭ ਕਮਲ ਕਿੱਥੇ ਉਪਜਿਆ? ਵਿਸ਼ਨੂੰ ਦੀ ਧੁਨੀ ਤੇ। ਵਿਸ਼ਨੂੰ ਕੌਣ ਹੈ? ਉਹ ਖੱਤਰੀ ਹੈ, ਜਿਹੜਾ ਜ਼ੁਲਮ ਦਾ ਨਾਸ਼ ਕਰਦਾ ਹੈ, ਕਦੇ ਕਿਸੇ ਰੂਪ ਵਿੱਚ, ਕਦੇ ਕਿਸੇ ਰੂਪ ਵਿੱਚ। ਵਿਸ਼ਨੂੰ ਖੱਤਰੀ ਹੈ, ਕਸ਼ਤਰੀ ਹੈ। ਵਿਸ਼ਨੂੰ ਦੀ ਨਾਭੀ ਤੋਂ ਕਵਲ ਫੁੱਲ ਪੈਦਾ ਹੋਇਆ ਤੇ ਵਿਸ਼ਨੂੰ ਦੀ ਧੁਨੀ ਤੋਂ ਕਵਲ ਫੁੱਲ ਪੈਦਾ ਹੋਇਆ ਤੇ ਕਵਲ ਫੁੱਲ ਤੋਂ ਬ੍ਰਹਮਾ ਪੈਦਾ ਹੋਇਆ। ਤੇ ਬ੍ਰਹਮਾ ਕਿਵੇਂ ਬ੍ਰਾਹਮਣ ਹੋ ਗਿਆ? ਖੱਤਰੀ ਦਾ ਪੁੱਤਰ ਬ੍ਰਾਹਮਣ ਹੋ ਗਿਆ। ਹੁਣ ਬ੍ਰਾਹਮਣਾਂ ਦੇ ਕੋਲ ਕੋਈ ਜਵਾਬ ਨਹੀਂ। ਇਸ ਗੱਲ ਦਾ ਜਵਾਬ ਕੀ ਦੇਣਗੇ? ਫਿਰ ਭਗਤ ਕਬੀਰ ਜੀ ਇੱਥੇ ਨਹੀਂ ਰੁਕੇ, ਕਹਿਣ ਲੱਗੇ ਚਲੋ ਤੇਰੀ ਗੱਲ ਤੇ ਹੀ ਆ ਜਾਂਦੇ ਆ, ਬ੍ਰਹਮਾ ਨੂੰ ਛੱਡ ਦਿੰਦੇ ਆ, ਵਿਸ਼ਨੂੰ ਅਵਤਾਰ ਨੂੰ ਛੱਡ ਦਿੰਦੇ ਆ, ਸ਼ਿਵ ਜੀ ਨੂੰ ਛੱਡ ਦਿੰਦੇ ਆ। ਤੂੰ ਕਹਿਣਾ ਹੈ ਨਾ ਕਿ ਬ੍ਰਾਹਮਣੀ ਦੇ ਘਰ ਮੇਰਾ ਜਨਮ ਹੋਇਆ ਤੇ ਮੈਂ ਬ੍ਰਾਹਮਣ ਬਣ ਗਿਆ। ਮੈਨੂੰ ਇਹ ਦੱਸ, ਜਦੋਂ ਬ੍ਰਾਹਮਣੀ ਦੇ ਪੇਟ ਵਿੱਚ ਸੀ ਉਸ ਵੇਲੇ ਤੈਨੂੰ ਪਤਾ ਸੀ? ਚੁੱਪ। ਹੁਣ ਆਪਾਂ ਨੂੰ ਕੀ ਪਤਾ? ਆਪਣੇ ਬੱਚਿਆਂ ਨੂੰ ਪਤਾ ਹੈ?
ਮਾਫ ਕਰਿਓ। ਬੱਚਾ ਜੰਮਦਾ ਕਿਸੇ ਘਰ ਹੈ, ਡਾਕਟਰ ਵੀ ਕਈ ਵਾਰ ਬਦਲ ਦਿੰਦੇ ਨੇ, ਕੁੜੀ ਮੁੰਡੇ ਦਾ ਹੀ ਤਬਾਦਲਾ ਕਰ ਦਿੰਦੇ ਨੇ, ਕਈ ਵਾਰ ਆਪਾਂ ਵੀ ਕਰ ਦਿੰਦੇ ਆ। ਤੇ ਜਿਹੜੀ ਪਰਿਵਾਰ ਵਿੱਚ ਬੱਚਾ ਪਲਦਾ ਹੈ, ਸੰਭਲਦਾ ਹੈ, ਵੱਡਾ ਹੁੰਦਾ ਹੈ, ਉਸੇ ਦੀ ਅਗਵਾਂਸ ਬਣ ਜਾਂਦਾ ਹੈ, ਉਸੇ ਦੀ ਪੀੜ੍ਹੀ ਬਣ ਜਾਂਦਾ ਹੈ। ਬੋਲੋ ਵਾਹਿਗੁਰੂ। ਵਾਹਿਗੁਰੂ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 324 ਅੰਗ ਉੱਪਰ ਸ਼ਬਦ ਹੈ। ਰਚਨਾ ਭਗਤ ਕਬੀਰ ਜੀ ਦੀ ਹੈ। ਗਰਭਵਾਸ ਮੈਂ ਕੁਲ ਨਹੀਂ ਜਾਤੀ। ਕੋਈ ਵੀ ਬੱਚਾ ਜਦੋਂ ਮਾਤਾ ਦੇ ਗਰਭ ਵਿੱਚ ਹੈ, ਉੱਥੇ ਉਸ ਨੂੰ ਕੋਈ ਪਤਾ ਨਹੀਂ ਮੇਰੀ ਕਿਹੜੀ ਕੁਲ ਹੈ, ਕਿਹੜੀ ਜਾਤ ਹੈ। ਬੱਚੇ ਦੀ ਕੋਈ ਜਾਤ ਨਹੀਂ ਹੁੰਦੀ, ਕੋਈ ਕੁਲ ਨਹੀਂ ਹੁੰਦੀ। ਅਸੀਂ ਉਸ ਦੀ ਜਾਤ ਦੇ ਨਾਲ ਜਾਤ ਜੋੜ ਦਿੰਦੇ ਹਾਂ। ਨਿੱਕਾ ਜਿਹਾ ਬੱਚਾ ਹੋਵੇ, ਉਸ ਨੂੰ ਨਾ ਪੁੱਛੋ, ਨਾਂ ਤੇ ਆਪਦਾ ਲਵੇਗਾ, ਸਿੰਘ ਤੇ ਕੌਰ ਨਹੀਂ ਕਹੇਗਾ, ਜਾਤ ਅੱਗੋਂ ਜ਼ਰੂਰ ਕਹਿ ਦੇਗਾ। ਸਾਰੇ ਬੱਚੇ ਇਹੋ ਕਰਦੇ ਨੇ ਨਾ, ਕਿਉਂਕਿ ਅਸੀਂ ਜਾਤ ਪਾਤ ਨੂੰ ਦ੍ਰਿੜ ਕਰ ਰੱਖਿਆ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਜਾਤ ਕਾ ਗਰਭ ਨਾ ਕਰਿਓ ਕੋਈ ਵੀ ਆਪਣੀ ਜਾਤ ਦਾ, ਉੱਚੀ ਜਾਤ ਦਾ ਹੰਕਾਰ ਨਾ ਕਰਿਓ। ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਸਾਰਿਆਂ ਨੇ ਹੀ ਬਿੰਦ ਤੋਂ ਹੀ ਜਨਮ ਲਿਆ ਹੈ। ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਮੂਰਤ ਸੂਰਤ ਕਰ ਆਪਾਰ। ਕੌਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ। ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਣ ਬਾਟ ਕਾਹੀ ਨਹੀਂ ਆਇਆ। ਓਏ ਬ੍ਰਾਹਮਣ, ਤੂੰ ਬੜੇ ਮਾਨ ਨਾਲ ਕਹਿੰਦਾ ਹੈ ਕਿ ਮੈਨੂੰ ਬ੍ਰਾਹਮਣੀ ਨੇ ਜਨਮ ਦਿੱਤਾ ਤਾਂ ਮੈਂ ਬ੍ਰਾਹਮਣ ਹਾਂ, ਜੰਮਣ ਤੋਂ ਹੀ ਬ੍ਰਾਹਮਣ ਹਾਂ। ਤੇ ਦੱਸ, ਜਿਹੜੇ ਰਸਤੇ ਸ਼ੂਦਰ ਪੈਦਾ ਹੁੰਦੇ ਨੇ, ਨੀਚ ਜਾਤ ਪੈਦਾ ਹੁੰਦੇ ਨੇ, ਜਿਹੜੇ ਰਸਤੇ ਮਲ ਮੂਤਰ ਵਾਲੇ ਰਸਤੇ, ਗੰਦੇ ਰਸਤੇ, ਪਲੀਤ ਰਸਤੇ, ਤੇ ਤੂੰ ਵੀ ਉਸੇ ਰਸਤੇ ਹੀ ਆਇਆ ਹੈ ਨਾ। ਫਿਰ ਤੈਨੂੰ ਤਾਂ ਕਿਸੇ ਹੋਰ ਰਸਤੇ ਆਉਣਾ ਚਾਹੀਦਾ ਸੀ। ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਣ ਬਾਟ ਕਾਹੀ ਨਹੀਂ ਆਇਆ। ਹੋਰ ਵੱਖਰੇ ਪਵਿੱਤਰ ਰਸਤੇ ਕਿਉਂ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਦੱਸ, ਤੂੰ ਕਿਵੇਂ ਬ੍ਰਾਹਮਣ ਹੋ ਗਿਆ, ਮੈਂ ਕਿਵੇਂ ਸ਼ੂਦਰ ਹੋ ਗਿਆ। ਹਮ ਕਤ ਲੋਹੂ ਤੁਮ ਕਤ ਦੂਧ। ਭਗਤ ਕਬੀਰ ਜੀ ਨੇ ਕਮਾਲੇ ਨੂੰ ਇਸ਼ਾਰਾ ਕੀਤਾ, ਆਵਾਜ਼ ਦਿੱਤੀ, ਕਮਾਲਿਆ ਪੁੱਤਰ ਜਾਂ ਛੁਰੀ ਲਿਆ। ਮੈਂ ਆਪਣਾ ਮਾਸ ਚੀਰ ਕੇ ਇਹਨੂੰ ਵਿਖਾਉਣਾ ਕਿ ਮੇਰੇ ਮਾਸ ਵਿੱਚ ਤੇ ਲਹੂ ਹੈ, ਤੇ ਇਹਨੂੰ ਹੀ ਟੱਕ ਲਾ ਕੇ ਵਿਖਾਉਂਦੇ ਆ ਕਿ ਇਹਦੇ ਮਾਸ ਵਿੱਚ, ਇਹਦੇ ਸਰੀਰ ਵਿੱਚ ਲਹੂ ਹੈ ਕਿ ਦੁੱਧ ਹੈ। ਤੇਰੇ ਸਰੀਰ ਵਿੱਚ ਤਾਂ ਦੁੱਧ ਚਾਹੀਦਾ ਸੀ, ਸਫੈਦ ਚਾਹੀਦਾ ਸੀ, ਲਾਲ ਰੰਗ ਦਾ ਲਹੂ ਤੇ ਚਾਹੀਦਾ ਨਹੀਂ ਸੀ। ਹੁਣ ਚਾਹੇ ਕੋਈ ਨੀਵੀਂ ਜਾਤ ਵਿੱਚੋਂ ਹੋਵੇ, ਚਾਹੇ ਕੋਈ ਉੱਚੀ ਜਾਤ ਵਿੱਚੋਂ ਹੋਵੇ, ਸਰੀਰ ਨੂੰ ਚੀਰੋਗੇ ਚੋਟ ਲੱਗੇਗੀ, ਖੂਨ ਲਾਲ ਹੀ ਨਿਕਲੇਗਾ। ਬ੍ਰਾਹਮਣ ਡਰ ਗਿਆ, ਕਹਿਣ ਲੱਗਾ ਹੁਣ ਤਾਂ ਛੁਰੀ ਮੰਗਾ ਲਈਏ। ਭਗਤ ਕਬੀਰ ਜੀ ਨੇ ਬੋਲਣ ਜੋਗਾ ਤੇ ਛੱਡਿਆ ਨਹੀਂ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਤੇ ਫਿਰ ਬ੍ਰਾਹਮਣ ਹੱਥ ਜੋੜ ਕੇ ਮੱਥਾ ਟੇਕ ਕੇ ਕਹਿਣ ਲੱਗਾ, ਦੱਸੋ ਫਿਰ ਕੋਈ ਤੁਹਾਡੀ ਨਜ਼ਰ ਵਿੱਚ ਬ੍ਰਾਹਮਣ ਹੈ ਕਿ ਨਹੀਂ, ਬ੍ਰਾਹਮਣ ਹੁੰਦਾ ਵੀ ਹੈ ਕਿ ਨਹੀਂ। ਭਗਤ ਕਬੀਰ ਜੀ ਕਹਿੰਦੇ ਹੁੰਦਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਕਹੋ ਕਬੀਰ ਜੋ ਬ੍ਰਹਮ ਵਿਚਾਰੇ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਕਹੋ ਕਬੀਰ ਜੋ ਬ੍ਰਹਮ ਵਿਚਾਰੇ। ਸੋ ਬ੍ਰਾਹਮਣ ਕਈਅਤ ਹੈ ਹਮਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। सो ब्राह्मण कहियत है हमारे, सो ब्राह्मण कहियत है हमारे। कहो कबीर जो ब्रह्म विचारे,
कहो कबीर जो ब्रह्म विचारे। कहो कबीर जो ब्रह्म विचारे। कहो कबीर जो ब्रह्म विचारे। सो ब्राह्मण कैयत है हमारे। सो ब्राह्मण कैयत है हमारे। सो ब्राह्मण कहियत है हमारे। सो ब्राह्मण कहियत है हमारे। ਹੁਣ ਨਾ ਤੇ ਕਾਜੀ ਮੁੱਲਾ ਮੌਲਵੀਆਂ ਨੂੰ ਕੋਈ ਜਵਾਬ ਆਇਆ, ਨਾ ਪੰਡਤ ਵਿਦਵਾਨ ਬ੍ਰਾਹਮਣਾਂ ਨੂੰ ਕੋਈ ਜਵਾਬ ਆਇਆ। ਸਾਰੇ ਹੀ ਹਾਰ ਕੇ ਚਲੇ ਗਏ। ਪਰ ਭਗਤ ਕਬੀਰ ਜੀ ਦਾ ਵਿਰੋਧ ਕਰਨ ਲੱਗੇ। ਇਹ ਧਰਮ ਦੇ ਆਗੂ ਸਨ, ਇਹਨਾਂ ਨੇ ਵੀ ਵਿਰੋਧ ਕੀਤਾ। ਜਿਹੜੇ ਧਰਮ ਨੂੰ ਮੰਨਣ ਵਾਲੇ ਨਹੀਂ ਸਨ ਉਹਨਾਂ ਨੇ ਵੀ ਵਿਰੋਧ ਕੀਤਾ। ਹੁਣ ਵਿਰੋਧ ਦੀ ਘਟਨਾ ਇੱਕ ਕਹਿ ਕੇ ਸਮਾਪਤੀ ਕਰੀਏ। ਨਿਰੰਕਾਰ ਦੀ ਰਜਾ ਹੈ, ਪਤਾ ਨਹੀਂ ਚੱਲਦਾ ਕਦੋਂ ਗਲਾ ਆਪੇ ਠੀਕ ਹੋ ਜਾਂਦਾ ਹੈ, ਆਪੇ ਹੀ ਖਰਾਬ ਹੋ ਜਾਂਦਾ। ਵਾਹਿਗੁਰੂ। ਨਰਵਸ ਸਿਸਟਮ ਇਤਨਾ ਕਮਜ਼ੋਰ ਹੋ ਗਿਆ। ਵਿਰੋਧ ਤਾਂ ਸਾਰਿਆਂ ਨੇ ਕੀਤੀ। ਗੁਰੂ ਨਾਨਕ ਸਾਹਿਬ ਦੀ ਵੀ ਵਿਰੋਧਤਾ ਹੋਈ, ਗੁਰੂ ਅੰਗਦ ਸਾਹਿਬ ਦੀ ਵੀ ਹੋਈ। ਜੇ ਇਤਿਹਾਸ ਦੇ ਇਸ ਪਾਸੇ ਜਾਈਏ ਤਾਂ ਸ਼ਿਵਨਾਭ ਤਪਾ, ਗੁਰੂ ਅਮਰਦਾਸ ਦੀ ਵਿਰੋਧਤਾ ਹੋਈ, ਸਾਰੇ ਗੁਰੂਆਂ ਦੀ ਹੋਈ ਨਾ। ਇਸੇ ਤਰ੍ਹਾਂ ਸਾਰੇ ਭਗਤਾਂ ਦੀ ਹੋਈ। ਅੱਜ ਉਹ ਗੱਲ ਵਕਤੀ ਹੈ ਗੁਰੂ ਨਾਨਕ ਦੀ ਜੈ ਜੈਕਾਰ ਹੋ ਰਹੀ ਹੈ, ਤੇ ਜਿੱਥੇ ਗੁਰੂ ਨਾਨਕ ਦੀ ਜੈ ਜੈਕਾਰ ਹੋ ਰਹੀ ਹੈ ਉੱਥੇ ਭਗਤ ਕਬੀਰ ਜੀ ਦੀ ਵੀ ਜੈ ਜੈਕਾਰ ਹੋ ਰਹੀ ਹੈ। ਵਾਹਿਗੁਰੂ। ਗੁਰੂ ਨਾਨਕ ਸਾਹਿਬ ਵੇਲੇ ਵੀ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਗੁਰੂ ਨਾਨਕ ਅੱਗੋਂ ਕੀ ਜਵਾਬ ਦਿੰਦੇ ਨੇ? ਭਇਆ ਦੀਵਾਨਾ ਸ਼ਾਹ, ਮੈਂ ਦੀਵਾਨਾ, ਮੈਂ ਬਹਾਵਰਾ ਹਾਂ, ਮੈਂ ਚੱਲਾ ਹਾਂ। ਭਗਤ ਕਬੀਰ ਜੀ ਨੇ ਵੀ ਇਹੋ ਗੱਲ ਆਖੀ, ਮੈਂ ਬੌਰੀ ਮੇਰਾ ਰਾਮ ਬਤਾਰ। ਫਰਕ ਕੋਈ ਨਹੀਂ। ਸਮਾਂ ਆ ਗਿਆ 1565 ਦਾ। ਭਗਤ ਕਬੀਰ ਜੀ ਦੀ ਜਿੱਥੇ ਸੰਸਾਰ ਵਿੱਚ ਜੈ ਜੈਕਾਰ ਹੋ ਰਹੀ ਹੈ, ਉੱਥੇ ਵਿਰੋਧਤਾ ਕਰਨ ਵਾਲੇ ਵਿਰੋਧਤਾ ਕਰ ਰਹੇ ਹਨ। ਉਸ ਵੇਲੇ ਰਾਜ ਸੀ ਸਿਕੰਦਰ ਲੋਧੀ ਦਾ। 1565 ਬਿਕਰਮੀ ਨੂੰ ਸਿਕੰਦਰ ਲੋਧੀ ਕਾਂਸ਼ੀ ਬਨਾਰਸ ਪਹੁੰਚਿਆ। ਸਾਰੇ ਲੋਕਾਂ ਦਾ, ਸਾਰੀ ਰਿਆਇਆ ਦਾ, ਪਰਜਾ ਦਾ ਇਕੱਠ ਕੀਤਾ। ਪੁੱਛਿਆ ਕਿ ਸਾਰੇ ਸੁਖੀ ਵਸਦੇ ਹੋ? ਕੋਈ ਬਿਮਾਰੀ, ਕੋਈ ਕਾਲ, ਕੋਈ ਜ਼ਰੂਰਤ? ਸਾਰਿਆਂ ਨੇ ਆਖਿਆ ਜੀ ਹੋਰ ਤੇ ਸਭ ਕੁਝ ਠੀਕ ਹੈ। ਆਪੋ ਆਪਣੇ ਧਰਮ ਮੰਦਰ ਵੀ ਪ੍ਰਫੁੱਲਤ ਹੋ ਰਹੇ ਨੇ, ਕਾਰੋਬਾਰ ਵੀ ਪ੍ਰਫੁੱਲਤ ਹੋ ਰਹੇ ਨੇ, ਪਰ ਜਿਹੜਾ ਇੱਕ ਜੁਲਾਹਾ ਕਬੀਰ ਹੈ ਨਾ, ਉਹ ਸਾਰੇ ਧਰਮਾਂ ਤੇ ਸੱਟ ਮਾਰ ਰਿਹਾ ਹੈ। ਨਾ ਉਹ ਹਿੰਦੂਆਂ ਨੂੰ ਛੱਡਦਾ ਹੈ, ਨਾ ਉਹ ਮੁਸਲਮਾਨਾਂ ਨੂੰ ਛੱਡਦਾ ਹੈ, ਨਾ ਉਹਨਾਂ ਦੇ ਧਰਮ ਕਰਮ ਨੂੰ ਛੱਡਦਾ ਹੈ, ਨਾ ਉਹਨਾਂ ਦੀ ਕਿਸੇ ਦੀ ਰਹੁ ਰੀਤ ਨੂੰ ਮੰਨਦਾ। ਜੇ ਗੁਰੂ ਨਾਨਕ ਨੇ ਜਨੇਊ ਨਹੀਂ ਪਾਇਆ ਤੇ ਕਬੀਰ ਨੇ ਵੀ ਸੁਨਨਤ ਨਹੀਂ ਕਰਾਈ। ਜੁਲਾਹਿਆਂ ਦੇ ਘਰ ਪਲ ਸੰਭ ਕੇ ਵੱਡਾ ਹੋ ਕੇ ਵੀ ਮੁਸਲਮਾਨ ਨਹੀਂ ਬਣਿਆ। ਬੋਲੋ ਵਾਹਿਗੁਰੂ। ਵਾਹਿਗੁਰੂ। ਸਾਰੇ ਉੱਚੀ ਬੋਲੋ ਵਾਹਿਗੁਰੂ ਜੀ। ਸਾਰੇ ਕਾਜੀ, ਮੁੱਲਾ, ਮੁਲਾਣੇ, ਪੰਡਤ, ਮੌਲਵੀ, ਬ੍ਰਾਹਮਣ, ਮੰਦਰਾਂ ਦੇ ਪੁਜਾਰੀ, ਹੋਰ ਰਿਸ਼ੀ ਮੁਨੀ ਸਾਰੇ ਇਕੱਠੇ ਹੋ ਗਏ। ਜਦੋਂ ਬਾਦਸ਼ਾਹ ਨੇ ਸਾਰਿਆਂ ਦੀ ਪੁਕਾਰ ਸੁਣੀ ਤੇ ਉਸੇ ਵੇਲੇ ਹੁਕਮ ਜਾਰੀ ਕਰ ਦਿੱਤਾ। ਕਹਿਣ ਲੱਗੇ ਕਬੀਰ ਨੂੰ ਪਕੜ ਕੇ ਲਿਆਓ। ਪਕੜ ਕੇ ਲਿਆਂਦਾ ਗਿਆ।
ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਕਬੀਰ ਰਾਮ ਰਾਮ ਮੇਰੇ ਰਾਮ ਦੀ ਧੁਨ ਲਗਾਈ ਜਾ ਰਹੀ ਹੈ। ਵਾਹਿਗੁਰੂ ਇੱਕ ਪਾਸੇ ਕਾਜੀ ਖੜਾ ਹੈ, ਕਾਜੀ ਹੋਏ ਕੇ ਬਹਿ ਨਿਆਏ। ਜਿਸ ਤਰ੍ਹਾਂ ਜੱਜ ਅਦਾਲਤ ਵਿੱਚ ਬੈਠਦਾ ਹੈ, ਇਸੇ ਤਰ੍ਹਾਂ ਕਾਜੀ ਬੈਠਦਾ ਸੀ। ਬਾਦਸ਼ਾਹ ਕਹਿੰਦਾ ਕਾਜੀ ਸਾਹਿਬ ਸਵਾਲ ਪੁੱਛੋ। ਉਹ ਪੁੱਛਦੇ ਨੇ ਤੂੰ ਆ ਕੁਝ ਕੀਤਾ? ਕਬੀਰ ਅੱਗੋਂ ਜਵਾਬ ਨਹੀਂ ਦਿੰਦਾ। ਉਹ ਤਾਂ ਮੇਰੇ ਰਾਮ ਰਾਮਈਆ ਹਉ ਬਾਰਕ ਤੇਰਾ, ਰਾਮਈਆ ਹਉ ਬਾਰਕ ਤੇਰਾ। ਬ੍ਰਾਹਮਣਾਂ ਨੂੰ ਕਿਹਾ ਗਿਆ, ਉਹਨਾਂ ਵੀ ਆਖਿਆ ਤੂੰ ਇਨਕਾਰ ਕੀਤਾ ਹੈ ਨਾ ਪੂਜਾ ਤੋਂ, ਵਰਤ ਰੱਖਣ ਤੋਂ, ਤਿਲਕ ਲਾਉਣ ਤੋਂ, ਧੋਤੀ ਪਹਿਨਣ ਤੋਂ, ਤੀਰਥ ਨਹਾਉਣ ਤੋਂ, ਜਲ ਕੇ ਮੱਜਨ ਜੇਗਾ ਧੋਵੇ। ਇਹ ਭਗਤ ਕਬੀਰ ਦੀ ਬਾਣੀ ਹੈ ਸਾਰੀ। ਸਾਰੇ ਧਰਮਾਂ ਤੇ ਤੂੰ ਚੋਟ ਕੀਤੀ ਹੈ। ਅਖੀਰ ਤੇ ਭਗਤ ਕਬੀਰ ਕਹਿੰਦੇ ਜੋ ਇਹ ਕਹਿੰਦੇ ਨੇ ਠੀਕ, ਪਰ ਜੋ ਸੱਚ ਹੈ ਮੈਂ ਉਹ ਸੱਚ ਕਹਿ ਰਿਹਾ। ਹਿੰਦੂ ਤੁਰਕ ਕਹਾਂ ਤੇ ਆਏ ਕਿੱਥੋਂ? ਏਕ ਨੂਰ ਤੇ ਸਭ ਜਗ ਉਪਜਿਆ। ਅੱਜ ਰਾਜਨੀਤਿਕ ਲੋਕ ਸਾਰੇ ਇਹੋ ਹੀ ਕਹਿੰਦੇ ਨੇ, ਹਿੰਦੂ ਸਿੱਖ ਈਸਾਈ ਸਾਰੇ ਪਾਈ ਪਾਈ। ਜ਼ਬਾਨੀ ਸਾਰੇ ਪਾਈ ਪਾਈ ਕਹਿਣਗੇ, ਦਿਲੋਂ ਨਹੀਂ ਮੰਨਦੇ। ਦਿਲੋਂ ਤਾਂ ਕਹਿੰਦੇ ਸਾਰਿਆਂ ਨੂੰ ਪਾੜ ਕੇ ਰੱਖੋ, ਆਪਸ ਵਿੱਚ ਲੜਾ ਕੇ ਰੱਖੋ, ਤਾਂ ਸਾਡੀਆਂ ਵੋਟਾਂ ਬਣਨਗੀਆਂ। ਅਖੀਰ ਤੇ ਫੈਸਲਾ ਦੇ ਦਿੱਤਾ ਸਿਕੰਦਰ ਲੋਧੀ ਨੇ ਕਿ ਇਸ ਦੇ ਹੱਥ ਪੈਰ ਬੰਨ੍ਹ ਕੇ ਤੇ ਗੰਗਾ ਦਰਿਆ ਵਿੱਚ ਸੁੱਟ ਦਿਓ। ਡੁੱਬ ਜਾਏਗਾ, ਮਰ ਜਾਏਗਾ, ਮਗਰੋਂ ਲੈ ਜਾਏਗਾ। ਕਬੀਰ ਦੇ ਸੇਵਕ ਹੱਥ ਜੋੜ ਕੇ ਖੜੇ ਨੇ। ਕਬੀਰ ਨੇ ਇਸ਼ਾਰਾ ਕੀਤਾ, ਰਾਮ 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 ਜਪੋ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੀ। ਹੁਣ ਕਬੀਰ ਦੀ ਕੀ ਪਾਇਆ? ਤਾਕਤ ਸਤਾ ਤੇ ਮਾਲਕ ਦੀ ਹੈ ਨਾ। ਹੱਥ ਪੈਰ ਬੰਨ੍ਹ ਦਿੱਤੇ ਸੰਗਲਾਂ ਦੇ ਨਾਲ, ਰੱਸੀ ਨਾਲ ਵੀ ਨਹੀਂ ਵੀ ਕਿਧਰੇ ਰੱਸੀ ਟੁੱਟ ਨਾ ਜਾਏ। ਲੋਹੇ ਦੇ ਸੰਗਲਾਂ ਨਾਲ ਬੰਨ੍ਹ ਕੇ ਬੇੜੀ ਵਿੱਚ ਰੱਖ ਕੇ ਗੰਗਾ ਦਰਿਆ ਦੇ ਅੱਧ ਵਿਚਕਾਰ ਲੈ ਗਏ ਤੇ ਜਾ ਕੇ ਬੇੜੀ ਤੋਂ ਚੁੱਕ ਕੇ ਦਰਿਆ ਵਿੱਚ ਮਾਰਿਆ। ਵਾਹਿਗੁਰੂ ਹੁਣ ਗੰਗਾ ਦਰਿਆ ਜਿੰਨਾ ਹੁਣ ਵੀ ਵੇਖਿਆ ਬੜਾ ਲੰਮਾ ਹੈ, ਚੌੜਾ ਹੈ, ਕੋਈ ਛੋਟੀ ਜੀ ਨਦੀ ਨਹੀਂ, ਕੋਈ ਖਾਲਾ ਨਹੀਂ, ਬੜਾ ਡੂੰਘਾ ਹੈ। ਤੇ ਭਗਤ ਕਬੀਰ ਜੀ ਵੀ ਇਸ ਗੱਲ ਦੀ ਵਿਆਖਿਆ ਕਰਦੇ ਨੇ, ਜਿਵੇਂ ਹੀ ਗੰਗਾ ਦਰਿਆ ਵਿੱਚ ਸੁੱਟਿਆ ਗਿਆ, ਸੁੱਟਦਿਆਂ ਸਾਰ ਹੀ ਸੰਗਲ ਟੁੱਟ ਗਏ। ਗੰਗਾ ਮਾਈ ਨੇ ਇੱਕ ਮਿਰਗਸ਼ਾਲਾ ਭੇਟਾ ਕੀਤੀ ਕਿ ਭਗਤ ਜੀ ਆਏ ਹੋ, ਆ ਮਿਰਗਸ਼ਾਲਾ ਤੇ ਬੈਠੋ। ਡੁੱਬੇ ਨਹੀਂ, ਮਰੇ ਨਹੀਂ। ਮਿਰਗ ਦਾ ਅਰਥ ਹੈ ਹਰਨ, ਹਰਨ ਦੀ ਖੱਲ। ਹਿੰਦੂ ਜਗਤ ਦੇ ਅੰਦਰ ਹਰਨ ਦੀ ਖੱਲ ਨੂੰ ਪਵਿੱਤਰ ਮੰਨਿਆ ਗਿਆ। ਇੱਥੇ ਬੈਠ ਕੇ ਤਪ ਸਿਮਰਨ ਸਾਧਨਾ ਮੰਤਰਾਂ ਦਾ, ਗਾਇਤਰੀ ਮੰਤਰ ਦਾ ਜਾਪ ਕੀਤਾ ਜਾਂਦਾ ਹੈ। ਤੇ ਸਿੱਖ ਜਗਤ ਦੇ ਅੰਦਰ ਸ਼ੇਰ ਦੀ ਖੱਲ ਨੂੰ ਪ੍ਰਵਾਨ ਕੀਤਾ ਗਿਆ। ਆ ਚਲੇ ਜਾਓ ਨਾਨਕਸਰ ਆਪਣੇ ਕੋਲ, ਸ਼ੇਰ ਦੀ ਖੱਲ। ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ, ਸੰਤ ਬਾਬਾ ਮਹਾਰਨਾਮ ਸਿੰਘ ਜੀ ਸ਼ੇਰ ਦੀ ਖੱਲ ਦੇ ਉੱਪਰ ਬੈਠਦੇ ਸਨ ਕਿ ਸ਼ੇਰਾਂ ਵਾਲੇ ਗੁਣ ਪ੍ਰਾਪਤ ਹੋ ਜਾਣ। ਵਾਹਿਗੁਰੂ ਜੀ। ਜਿਵੇਂ ਹੀ ਮਿਰਗਸ਼ਾਲਾ ਤੇ ਬੈਠੇ ਪਾਣੀ ਤੋਂ ਬਾਹਰ ਆ ਗਏ,
ਹੁਣ ਚੌਂਕੜੀ ਲਾ ਕੇ ਉੱਪਰ ਬੈਠੇ ਨੇ, ਪਾਣੀ ਦੇ ਉੱਪਰ ਇਸ ਤਰ੍ਹਾਂ ਤਰ ਰਹੇ ਨੇ ਜਿਸ ਤਰ੍ਹਾਂ ਬੇੜੀ। ਕੋਈ ਹੱਥ ਪੈਰ ਨਹੀਂ ਮਾਰ ਰਿਹਾ ਕਿ ਮੈਂ ਆਪਣਾ ਬਚਾਅ ਕਰ ਲਵਾਂ, ਜਾਂ ਕੋਈ ਰੋਲਾ ਨਹੀਂ ਪਾ ਰਿਹਾ ਬਚਾਓ 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 ਬਚਾਓ, ਨਹੀਂ। ਅਖੀਰ ਤੇ ਪਾਣੀ ਦੀਆਂ ਲਹਿਰਾਂ ਬੈਠੇ ਬਿਠਾਏ ਨੂੰ ਮਿਰਗਸ਼ਾਲਾ ਤੇ ਕਿਨਾਰੇ ਤੇ ਲੈ ਆਈਆਂ। ਜਦੋਂ ਕਿਨਾਰੇ ਦੇ ਕੋਲ ਪਹੁੰਚੇ ਤੇ ਚੌਂਕੜਾ ਖੋਲਿਆ ਤੇ ਆ ਕੇ ਕਿਨਾਰੇ ਤੇ ਖੜੇ ਹੋ ਗਏ। ਸਾਰੇ ਵੇਖ ਕੇ ਹੈਰਾਨ, ਵੀ ਇਹ ਕੀ ਬਣਿਆ। ਇਹ ਸਿਰਫ ਕੋਈ ਆਤ ਕਥਨੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 1162 ਅੰਗ। ਬੋਲੋ ਵਾਹਿਗੁਰੂ ਵਾਹਿਗੁਰੂ। ਸਾਰੀ ਵਾਰਤਾ ਦਾ ਵਰਣਨ ਭਗਤ ਕਬੀਰ ਜੀ ਨੇ ਕੀਤਾ ਹੈ। ਗੰਗ ਗੁਸਾਇਣ ਗਹਿਰ ਗੰਭੀਰ। ਇਹ ਜੋ ਗੰਗਾ ਹੈ ਬੜੀ ਗਹਿਰ ਹੈ, ਬੜੀ ਡੂੰਗੀ ਹੈ, ਬੜੀ ਵੱਡੀ ਹੈ। ਜੰਜੀਰ ਬਾਂਧ ਕਰ ਖਰੇ ਕਬੀਰ। ਕਬੀਰ ਨੂੰ ਜੰਜੀਰਾਂ ਨਾਲ ਸੰਗਲਾਂ ਨਾਲ ਬੰਨ੍ਹ ਕੇ ਖੜਿਆ ਗਿਆ ਤੇ ਲਿਜਾ ਕੇ ਵੇ ਸੁੱਟ ਦਿੱਤਾ ਗਿਆ। ਤੇ ਸੇਵਕ ਕਹਿੰਦੇ ਭਗਤ ਕਬੀਰ ਜੀ ਤੁਹਾਨੂੰ ਡਰ ਨਹੀਂ ਲੱਗਿਆ? ਭਗਤ ਕਬੀਰ ਕਹਿੰਦੇ ਡਰ ਕਿਸ ਨੂੰ ਲੱਗਦਾ ਹੈ? ਸਰੀਰ ਤੇ ਮਰਨ ਧਰਮ ਹੈ, ਡਰਦਾ ਤੇ ਮਨ ਹੀ ਹੈ ਨਾ। ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਮਨ ਨਾ ਡਿਗੇ ਤਨ ਕਾਹੇ ਕੋ ਡਰਾਏ। ਚਰਨ ਕਮਲ ਚਿਤ ਰਹੋ ਸਮਾਏ। ਕੀ ਹੋਇਆ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਗੰਗਾ ਮਾਈ ਦੀਆਂ ਲਹਿਰਾਂ ਨੇ ਮੇਰੀ ਜੰਜੀਰ ਤੋੜ ਦਿੱਤੀ। ਮਿਰਗਸ਼ਾਲਾ ਪਰ ਬੈਠੇ ਕਬੀਰ। ਕਹੈ ਕਬੀਰ ਕੋ ਸੰਗ ਨਾ ਸਾਥ। ਜਲ ਥਲ ਰਾਖਣ ਹੈ ਰਘੁਨਾਥ। ਜਲ ਵਿੱਚ ਵੀ ਥਲ ਵਿੱਚ ਵੀ ਰੱਖਿਆ ਕਰਨ ਵਾਲਾ ਹੈ ਉਹ ਰਘੁਨਾਥ, ਉਹ ਪਰਮੇਸ਼ਵਰ। ਸਿਕੰਦਰ ਬਾਦਸ਼ਾਹ ਕਹਿਣ ਲੱਗਾ ਇਹ ਤੇ ਅਣਹੋਣੀ ਹੋ ਗਈ। ਅੱਜ ਤੱਕ ਜਿਸ ਨੂੰ ਦਰਿਆ ਵਿੱਚ ਸੁੱਟਿਆ ਗਿਆ ਉਹ ਡੁੱਬ ਕੇ ਮਰ ਗਿਆ। ਮਰਨ ਤੋਂ ਬਾਅਦ ਫਿਰ ਤਰਿਆ, ਇਹ ਜਿਉਂਦਾ ਹੀ ਤਰ ਗਿਆ। ਬੋਲੋ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗਾ ਇਹ ਤਾਂ ਮੇਰੇ ਤੋਂ ਦੂਰ ਸੀ ਨਾ, ਆਪਾਂ ਸਾਰੇ ਕਿਨਾਰੇ ਤੇ ਸੀ। ਪਤਾ ਨਹੀਂ ਗੰਗਾ ਦਰਿਆ ਵਿੱਚ ਕੀ ਹੋਇਆ, ਕਿਵੇਂ ਸੰਗਲ ਖੁੱਲ ਗਏ, ਕਿਵੇਂ ਨਾ ਖੁੱਲੇ। ਹੁਣ ਇਸ ਤਰ੍ਹਾਂ ਕਰੋ, ਮੇਰੀਆਂ ਅੱਖਾਂ ਦੇ ਸਾਹਮਣੇ ਕਰੋ। ਕਹਿਣ ਲੱਗੇ ਬਾਦਸ਼ਾਹ ਸਲਾਮਤ, ਹੁਕਮ ਕੀ ਕੀਤਾ ਜਾਏ? ਕਹਿਣ ਲੱਗਾ ਮੋਟੇ ਮੋਟੇ ਸੰਗਲ ਲਿਆਓ, ਸੰਗਲਾਂ ਨਾਲ ਹੱਥ ਪੈਰ ਪਿੱਛੇ ਬੰਨ੍ਹ ਦਿਓ। ਹੱਥ ਵੀ ਪਿੱਛੇ ਪੈਰਾਂ ਦੇ ਨਾਲ ਬੰਨ੍ਹਦੇ ਨੇ, ਇੱਕ ਗਠੜੀ ਬਣਾ ਦੇਣੀ। ਬੋਲੋ ਵਾਹਿਗੁਰੂ ਵਾਹਿਗੁਰੂ। ਜਿਹੜੇ ਬਹੁਤੇ ਵੱਡੇ ਮੁਜਰਮ ਹੁੰਦੇ ਨੇ ਨਾ, ਜਿਨ੍ਹਾਂ ਬਹੁਤਾ ਕੋਈ ਗਲਤ ਕੰਮ ਕੀਤਾ ਹੁੰਦਾ, ਮੈਂ ਨਾ ਅੱਖਾਂ ਨਾਲ ਇਸ ਤਰ੍ਹਾਂ ਬੰਨੇ ਹੋਏ ਵੇਖੇ ਨੇ। ਪੈਰਾਂ ਦੇ ਨਾਲ ਹੱਥ ਇਸ ਤਰ੍ਹਾਂ ਬੰਨ੍ਹਦੇ ਨੇ, ਪਿੱਛੋਂ ਦੀ ਸੰਗਲ ਮਾਰ ਦੇਣਾ, ਸੰਗਲ ਗਲੇ ਵਿੱਚ ਪਾ ਦੇਣਾ ਕਿ ਜੇ ਸੰਗਲ ਨੂੰ ਮਾੜਾ ਜਿਹਾ ਵੀ ਖਿੱਚਿਆ ਜਾਏ ਤੇ ਗਲਾ ਨਾਲ ਹੀ ਕੁੱਟਿਆ ਜਾਏ। ਵਾਹਿਗੁਰੂ। ਵੀ ਹੱਥ ਪੈਰ ਐ ਨੂੰ ਕਰੋ। ਤੇ ਦੂਸਰਾ ਇਸ ਦਾ ਰੂਪ ਹੁੰਦਾ ਹੈ ਹੱਥਾਂ ਵਿੱਚ ਹੱਥਕੜੀਆਂ, ਪੈਰਾਂ ਵਿੱਚ ਬੇੜੀਆਂ ਤੇ ਸਾਰੇ ਤਨ ਨੂੰ ਸੰਗਲ। ਇੱਥੋਂ ਲੈ ਕੇ ਥੱਲੇ ਤੱਕ ਸਰੀਆ, ਲੱਕ ਨੂੰ ਵੀ ਸੰਗਲ ਪਾਇਆ ਹੋਣਾ ਅਤੇ ਉਹੀ ਸੰਗਲ ਦਾ ਕੜਾ ਬਣਾ ਕੇ ਫਿਰ ਗਲੇ ਵਿੱਚ ਪਾਇਆ ਹੋਣਾ। ਤੁਸੀਂ ਵੀ ਵੇਖਿਆ ਹੋਵੇਗਾ। ਉਹ ਨਾਮ ਲੈਦੇ ਆ ਸਾਡੇ ਸਿੰਘ ਸਾਹਿਬ, ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ। ਅੱਜ ਤੱਕ ਉਹਨਾਂ ਨੂੰ ਇਸ ਤਰ੍ਹਾਂ ਕਾਠੀ ਲਾ ਕੇ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ। ਤੁਰਨਾ ਵੀ ਔਖਾ, ਖਲੋਣਾ ਵੀ ਔਖਾ, ਬੈਠਿਆ ਤੇ ਜਾਂਦਾ ਹੀ ਨਹੀਂ, ਨਾ ਲੇਟਿਆ ਜਾਂਦਾ। ਵਾਹਿਗੁਰੂ। ਬੋਲੋ ਵਾਹਿਗੁਰੂ ਵਾਹਿਗੁਰੂ। ਤੇ ਜੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਨੂੰ ਵੇਖੀਏ, ਦਿੱਲੀ ਦੇ ਅੰਦਰ ਜਦੋਂ ਪਿੰਜਰੇ ਵਿੱਚ ਬੰਦ ਕੀਤਾ, ਉਹ ਪਿੰਜਰੇ ਵਿੱਚ ਅੰਦਰ ਸੂਲਾਂ ਦੀ ਤਰ੍ਹਾਂ ਕਿੱਲ ਸਨ, ਤਿੱਖੇ। ਨਾ ਖਲੋਤਾ ਜਾਇਆ ਜਾ ਸਕਦਾ ਸੀ, ਨਾ ਪਾਸਾ ਬਦਲਿਆ ਜਾ ਸਕਦਾ ਸੀ, ਨਾ ਅੱਗੇ ਪਿੱਛੇ ਹੋਇਆ ਜਾ ਸਕਦਾ ਸੀ, ਨਾ ਸੱਜੇ ਖੱਬੇ ਹੋਇਆ ਜਾ ਸਕਦਾ। ਜਿੱਧਰ ਨੂੰ ਹੋਗੇ ਉਧਰ ਨੂੰ ਕੋ ਕਿੱਲ ਵੱਜਣਗੇ। ਬੋਲੋ ਵਾਹਿਗੁਰੂ।
ਸਾਰੇ ਉੱਚੀ ਬੋਲੋ ਵਾਹਿਗੁਰੂ। ਵਾਹਿਗੁਰੂ ਹੁਕਮ ਬਾਦਸ਼ਾਹ ਸਲਾਮਤ ਦਾ ਉਸੇ ਵੇਲੇ ਮੰਨਿਆ ਗਿਆ। ਫਿਰ ਕਬੀਰ ਨੂੰ ਸੰਗਲਾਂ ਵਿੱਚ ਨੂੜ ਦਿੱਤਾ ਗਿਆ। ਕਹਿਣ ਲੱਗੇ ਹੁਣ ਹਾਥੀ ਲਿਆਓ। ਹਾਥੀ ਵੀ ਮਸਤ ਸ਼ਰਾਬ ਪਿਆ ਕੇ। ਜਿਸ ਤਰ੍ਹਾਂ ਰਾਜਾ ਕੇਸਰੀ ਚੰਦ ਨੇ ਆਖਿਆ ਸੀ, ਮੈਂ ਹਾਥੀ ਨੂੰ ਸ਼ਰਾਬ ਪਿਆ ਕੇ 7 ਤਵੇ ਬਨ ਕੇ ਲੋਹਗੜ੍ਹ ਦੇ ਕਿਲੇ ਦੇ ਦਰਵਾਜ਼ੇ ਨਾਲ ਟਕਰਾਵਾਂਗਾ, ਦਰਵਾਜ਼ਾ ਹੀ ਤੋੜ ਦੇਵੇਗਾ। ਤੇ ਜਾਂ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪਕੜ ਕੇ ਲਿਆਵਾਂਗਾ ਜਾਂ ਉਸ ਦਾ ਧੜ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਲਿਆਵਾਂਗਾ। ਉਹ ਗੱਲ ਵੱਖਰੀ ਹੈ, ਉਲਟਾ ਹੋ ਗਿਆ। ਜੋ ਉਸਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਸਿਰ ਮੈਂ ਨੇਜੇ ਤੇ ਟੰਗ ਕੇ ਲਿਆਵਾਂਗਾ, ਸਿਰ ਕੇਸਰੀ ਚੰਦ ਦਾ ਟੰਗ ਕੇ ਫਿਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੁੱਜਿਆ। ਸਿੰਘਾਂ ਨੇ ਠੁੱਡੇ ਮਾਰੇ। ਬੋਲੋ ਵਾਹਿਗੁਰੂ। ਵਾਹਿਗੁਰੂ। ਹੁਣ ਬਣ ਦਿੱਤਾ ਗਿਆ ਕਬੀਰ ਨੂੰ। ਹਾਥੀ ਆ ਗਿਆ। ਕਹਿਣ ਲੱਗੇ ਮੇਰੇ ਸਾਹਮਣੇ ਹਾਥੀ ਦੇ ਪੈਰਾਂ ਦੇ ਥੱਲੇ ਕਬੀਰ ਨੂੰ ਦਰੜ ਦਿੱਤਾ ਜਾਏ, ਮਧੋਲ ਦਿੱਤਾ ਜਾਏ। ਇੱਕ ਗੱਲ ਕਹਦੇ ਆ, ਜਿਹੜੇ ਪੁਰਾਤਨ ਕਥਾ ਸੁਣਦੇ ਸਨ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੀ, ਉਹ ਇਹਨਾਂ ਸਾਖੀਆਂ ਨੂੰ ਬੜੇ ਵਿਸਥਾਰ ਵਿੱਚ ਸੁਣਾਉਂਦੇ ਸਨ। ਪਰ ਜਿਵੇਂ ਉਹ ਸੁਣਾਉਂਦੇ ਸਨ, ਮੈਂ ਰੀਸ ਨਹੀਂ ਕਰਨੀ, ਕਿਉਂਕਿ ਰੀਸਾਂ ਕਰੇ ਤੇ ਨਾੜੀਆਂ ਜੋ ਸੇਵੇ ਕਰ ਖੜੀਆਂ। ਕਥਨਿੰਗ ਔਰ ਵਰਣਨ ਇਹ ਆਪੋ ਆਪਣੀ ਹੈ। ਕਥਨ ਕਰਨੀ ਤੇ ਵਰਣਨ ਕਰਨਾ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਪੈਨ ਪੈਨ ਤੋਇ ਤੇਤੀ। ਇਹ ਜੋ ਕੁਝ ਵਾਪਰਿਆ ਭਗਤ ਕਬੀਰ ਜੀ ਨੇ ਉਸ ਨੂੰ ਵੀ ਆਪਣੀ ਬਾਣੀ ਵਿੱਚ ਦਰਜ ਕੀਤਾ। ਜੇ ਕੋਈ ਕਹਾਣੀ ਹੁੰਦੀ ਤਾਂ ਮੈਂ ਵੀ ਸ਼ਾਇਦ ਤਰਕ ਕਰਦਾ, ਤੁਸੀਂ ਵੀ ਕਰਦੇ, ਵੀ ਇਹ ਨਹੀਂ ਹੋ ਸਕਦਾ। ਭਗਤ ਕਬੀਰ ਦੇ ਚੇਲੇ ਕਿੱਧਰ ਗਏ? ਉਹਨਾਂ ਰੋਲਾ ਨਾ ਪਾਇਆ, ਉਹਨਾਂ ਧਰਨੇ ਨਾ ਲਾਏ, ਉਹਨਾਂ ਬਾਦਸ਼ਾਹ ਕੋਲ ਆ ਨਾ ਕੀਤਾ, ਉਹ ਨਾ ਕੀਤਾ, ਪੁਕਾਰ ਨਾ ਕੀਤੀ। ਜਿਵੇਂ ਅੱਜ ਕੱਲ੍ਹ ਕੋਈ ਵੀ ਕਥਾਵਾਚਕ ਕਥਾ ਕਰਦਾ, ਤਰਕ ਕਰਨ ਵਾਲੇ ਕੋਈ ਨਾ ਕੋਈ ਬਹਾਨਾ ਬਣਾ ਕੇ ਕਰੀ ਜਾ ਰਹੇ ਨੇ, ਚਾਹੇ ਕੋਈ ਕਿਤਨਾ ਹੀ ਵਿਦਵਾਨ ਹੈ। ਹਰ ਗੱਲ ਦਾ ਉਲਟਾ ਪੱਖ ਲੈ ਲਿਆ ਜਾਂਦਾ ਵੀ ਸਾਰੇ ਮਰ ਗਏ ਸੀ, ਸਾਰੇ ਮੁੱਕ ਗਏ ਸੀ। ਕੀਤੀ ਜਾ ਸਕਦੀ ਹੈ ਨਾ। ਕਿਸੇ ਨੇ ਬਾਦਸ਼ਾਹ ਨੂੰ ਰੋਕਿਆ ਨਾ, ਅਮੀਰ ਨੇ, ਵਜ਼ੀਰ ਨੇ, ਸ਼ਾਹੂਕਾਰ ਨੇ, ਨਹੀਂ। ਭਗਤ ਕਬੀਰ ਜੀ 870 ਅੰਗ ਗੁਰੂ ਗ੍ਰੰਥ ਸਾਹਿਬ ਜੀ, 870 ਅੰਗ ਤੇ ਸ਼ਬਦ ਹੈ। ਭੁਜਾ ਬਾਂਧ ਬਿਲਾ ਕਰ ਡਾਰਿਓ। ਬਾਹਾਂ ਬਣ ਦਿੱਤੀਆਂ ਗਈਆਂ, ਪੈਰ ਬਣ ਦਿੱਤੇ ਗਏ, ਇੱਕ ਮਿੱਟੀ ਦੇ ਢੇਲੇ ਦੀ ਤਰ੍ਹਾਂ ਇਕੱਠਾ ਕਰਕੇ ਪੰਡ ਵਾਂਗੂ ਬਣਾ ਦਿੱਤਾ ਗਿਆ। ਵਾਹਿਗੁਰੂ ਜੀ। ਬੇਲਾ ਬੇਲਾ ਹੁਣ ਹੱਥ ਪੈਰ ਇੱਥੋਂ ਗਲੇ ਨਾਲ ਬੰਨੇ ਹੋਣ ਪੁੱਠੇ ਕਰਕੇ, ਹੱਥ ਪਿੱਛੇ ਪੈਰਾਂ ਨਾਲ ਬੰਨੇ ਹੋਣ, ਆਪੇ ਐਡਾ ਕੁ ਬਣ ਜਾਣਾ। ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਮਸ ਹਾਥੀ ਆ ਗਿਆ। ਮਹਾਵਤ ਨੇ ਹਾਥੀ ਨੂੰ ਗੁੱਸਾ ਚੜਾਉਣ ਵਾਸਤੇ ਉਸ ਦੇ ਮੂੰਡ ਵਿੱਚ, ਉਸ ਦੇ ਸਿਰ ਵਿੱਚ ਅੰਕੁਸ਼ ਮਾਰਿਆ, ਸੂਆ ਮਾਰਿਆ। ਹਸਤ ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਹਸਤ ਭਾਗ ਕੇ ਚੀਸਾ ਮਾਰੇ। ਚੀਕਾਂ ਮਾਰਦਾ ਹੋਇਆ ਹਾਥੀ ਦੂਜੇ ਪਾਸੇ ਨੂੰ ਦੌੜਿਆ, ਕਬੀਰ ਵੱਲ ਨਹੀਂ, ਕਬੀਰ ਸਾਹਮਣੇ ਪਿਆ। ਹਸਤ ਭਾਗ ਕੇ ਚੀਸਾ ਮਾਰੇ, ਇਹ ਮੂਰਤ ਕੇ ਹਾਂ ਬਲਿਹਾਰੇ। ਇਸ ਮੂਰਤੀ ਤੋਂ, ਇਸ ਕਬੀਰ ਤੋਂ ਤਾਂ ਮੈਂ ਵੀ ਬਲਿਹਾਰ ਜਾਂਦਾ, ਕਿਉਂਕਿ ਜੇਤੇ ਜੀ ਉਹ ਸਾਰੇ ਨਿਰੰਕਾਰ ਨੇ ਪੈਦਾ ਕੀਤੇ ਨੇ, ਤੇ ਨਿਰੰਕਾਰ ਪਰਮਾਤਮਾ ਸਾਰੇ ਜੀਵਾਂ ਵਿੱਚ ਹੈ। ਇਹ ਮੂਰਤ ਕੇ ਹਾਂ ਬਲਿਹਾਰੇ, ਆਏ ਮੇਰੇ ਠਾਕਰ ਤੁਮਰਾ ਜੋਰ। ਕਬੀਰ ਕੀ ਪੁਕਾਰ ਕੇ ਕਹਿ ਰਿਹਾ, ਉਹ ਮੇਰੇ ਮਾਲਕਾ, ਮੈਨੂੰ ਆਪਣੇ ਆਪ ਤੇ ਜ਼ੋਰ ਤੇ ਮਾਨ ਨਹੀਂ, ਮੇਰੀ ਕੋਈ ਤਾਕਤ ਨਹੀਂ,
ਮੈਨੂੰ ਤਾਂ ਤੇਰੇ ਜ਼ੋਰ ਦਾ ਹੀ ਆਸਰਾ ਹੈ, ਤੇਰੇ ਬਲ ਦਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ। ਆਏ ਮੇਰੇ ਠਾਕਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ। ਹੁਣ ਕਾਜੀ ਬਕਦਾ ਪਿਆ ਹੈ, ਕਿਸ ਨੂੰ? ਮਹਾਵਤ ਨੂੰ। ਹਾਥੀ ਨੂੰ ਤੋਰ ਅੱਗੇ, ਤੋਰ ਅੱਗੇ। ਹਾਥੀ ਤੁਰਦਾ ਹੀ ਨਹੀਂ। ਹਸਤ ਨਾ ਤੋਰੇ ਦਰੇ ਧਿਆਨ। ਹਾਥੀ ਤਾਂ ਇਸ ਤਰ੍ਹਾਂ ਮਸਤ ਹੋ ਕੇ ਖੜਾ ਜਿਵੇਂ ਧਿਆਨ ਵਿੱਚ ਸੁਰਤ ਲਾਈ ਹੋਈ ਹੈ, ਤੇ ਲਗਾਤਾਰ ਕਬੀਰ ਵੱਲ ਵੇਖੀ ਜਾ ਰਿਹਾ ਹੈ, ਵੇਖੀ ਜਾ ਰਿਹਾ ਹੈ। ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਕਬੀਰ ਸ਼ੇਰ ਦਾ ਰੂਪ ਹਾਥੀ ਨੂੰ ਨਜ਼ਰ ਆਇਆ, ਤੇ ਕੁਝ ਨੇ ਲਿਖਿਆ ਭਗਵਾਨ ਦੀ ਮੂਰਤ ਹੀ ਨਜ਼ਰ ਆਇਆ। ਬੋਲੋ ਵਾਹਿਗੁਰੂ। ਵਾਹਿਗੁਰੂ ਜੀ। ਕਾਜੀ ਬਕਬੋ ਹਸਤੀ ਤੋਰ, ਆਏ ਮੇਰੇ ਠਾਕਰ ਤੁਮਰਾ ਜੋਰ। ਜਦੋਂ ਹਾਥੀ ਨਹੀਂ ਤੁਰਦਾ, ਮਹਾਵਤ ਸੂਏ ਮਾਰਦਾ। ਕਾਜੀ ਨੂੰ ਗੁੱਸਾ ਚੜ ਰਿਹਾ ਹੈ, ਰਾਜਾ ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ। ਸਾਹਮਣੇ ਮੂਹੜੇ ਤੇ ਬੈਠਾ ਹੈ, ਉਸ ਦੀਆਂ ਅੱਖਾਂ ਦੇ ਸਾਹਮਣੇ ਵਰਤਾਂਤ ਵਰਤ ਰਿਹਾ ਹੈ। ਬੋਲੋ ਵਾਹਿਗੁਰੂ। ਵਾਹਿਗੁਰੂ। ਯਾਦ ਆ ਗਿਆ ਸ਼ਹਾਦਤ ਛੋਟੇ ਸਾਹਿਬਜ਼ਾਦਿਆਂ ਦੀ ਹੋ ਰਹੀ। ਵਾਹਿਗੁਰੂ ਵਾਹਿਗੁਰੂ। ਸਰੂਪ ਕਹਿ ਲਓ, ਮੂਰਤਾਂ ਕਹਿ ਲਓ, ਫੋਟੋ ਕਹਿ ਲਓ, ਸਾਰੇ ਹੀ ਆਪਾਂ ਵੇਖਦੇ ਹਾਂ। ਕਾਜੀ ਸਾਹਮਣੇ ਖੜਾ ਹੈ, ਜਲਾਦ ਕੋਲ ਖੜੇ ਨੇ, ਦੀਵਾਨ ਸੁੱਚਾ ਆਨੰਦ ਖੜਾ ਹੈ, ਪਰ ਜਿਹੜਾ ਵਜੀਦ ਖਾਂ ਹੈ ਉਹ ਆਪਣਾ ਗੱਦੇ ਦੇ ਉੱਤੇ ਬੈਠਾ ਹੋਇਆ ਹੈ। ਚਾਹੇ ਬੰਦਾ ਬਹਾਦਰ ਦੇ ਵੇਲੇ ਫਰਕਸੀਅਰ ਕੋਲ ਬੈਠਾ ਹੈ, ਸਿੰਘਾਂ ਦੀ ਸ਼ਹਾਦਤ ਹੋ ਰਹੀ ਹੈ, ਆਪਣੀਆਂ ਅੱਖਾਂ ਨਾਲ ਵੇਖ ਰਿਹਾ ਹੈ, ਤੇ ਬੰਦਾ ਬਹਾਦਰ ਨੂੰ ਪੁੱਛਦਾ ਤੈਨੂੰ ਕਿਹੋ ਜਿਹੀ ਸਜ਼ਾ ਦੇਣੀ ਚਾਹੀਦੀ ਹੈ? ਉਹ ਕਹਿੰਦਾ ਜਿਹੋ ਜਿਹੀ ਤੂੰ ਆਪਣੇ ਲਈ ਚਾਹੁੰਦਾ ਹੈ। ਬਸ ਇਹ ਸੋਚ ਲੈ ਜੋ ਮੈਨੂੰ ਦੇਵੇਂਗਾ ਉਹੀ ਤੈਨੂੰ ਮਿਲੇਗੀ। ਉਹ ਹਾਲ ਉਸਦਾ ਹੋਇਆ। ਸਮਾਂ ਨਹੀਂ ਗੱਲ ਵਿਸਥਾਰ ਵਿੱਚ ਕੀਤੀ ਜਾਏ। ਹੁਣ ਸਿਕੰਦਰ ਲੋਧੀ ਕੋਲ ਬੈਠਾ ਵੇਖ ਰਿਹਾ ਹੈ, ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ ਕਿ ਹਾਥੀ ਤੇ ਇੱਕ ਅੰਕਸ ਨਹੀਂ ਸਹਾਰਦਾ, ਇੱਕ ਸੂਆ ਨਹੀਂ ਸਹਾਰਦਾ। ਹੁਣ ਸੂਇਆਂ ਦੀ ਮਾਰ ਸਹਾਰੀ ਜਾ ਰਿਹਾ ਹੈ, ਪਰ ਕਦਮ ਅੱਗੇ ਨਹੀਂ ਵਧਾਉਂਦਾ। ਹੁਣ ਕਾਜੀ ਨੂੰ ਗੁੱਸਾ ਆਇਆ ਤੇ ਮਹਾਵਤ ਦੇ ਦੁਆਲੇ ਹੋ ਗਿਆ। ਰੇ ਮਹਾਵਤ ਤੁਧ ਡਾਰੋਂ ਕਾਟ। ਓਏ ਮਹਾਵਤ, ਮੈਂ ਤੇਰੇ ਟੁਕੜੇ ਕਰ ਦਿਆਂਗਾ। ਹੋ ਸਕਦਾ ਵੀ ਇਸ ਮਹਾਵਤ ਨੇ ਹਿੰਦੂਆਂ ਕੋਲੋਂ, ਕਬੀਰ ਦੇ ਸੇਵਕਾਂ ਕੋਲੋਂ ਪੈਸੇ ਲਏ ਹੋਣ ਤੇ ਤਾਂ ਨਾ ਤੋਰ ਰਿਹਾ ਹੋਵੇ। ਰੇ ਮਹਾਵਤ ਤੁਧ ਡਾਰੋਂ ਕਾਟ, ਇਸੇ ਤੁਰਾਵੋ ਗਾਲੋ ਸਾਟ। ਹਾਥੀ ਨੂੰ ਤੋਰ ਅੱਗੇ, ਤੇ ਹਾਥੀ ਕਬੀਰ ਨੂੰ ਪੈਰ ਦੀ ਸੱਟ ਮਾਰੇ ਤੇ ਫੇਰ ਕੇ ਮਲੀਆ ਮੇਟ ਕਰ ਦੇ। ਹਸਤ ਨਾ ਤੋਰੇ ਦਰੇ ਧਿਆਨ। ਹਾਥੀ ਅੱਗੇ ਤੁਰਦਾ ਹੀ ਨਹੀਂ। ਉਹ ਤਾਂ ਇਸ ਤਰ੍ਹਾਂ ਜਿਵੇਂ ਕਿਸੇ ਨੇ ਧਿਆਨ ਧਾਰਨ ਕੀਤਾ ਹੋਵੇ, ਸਮਾਧੀ ਲਾ ਕੇ ਖੜਾ ਹੋਵੇ। ਵਾਕੇ ਹਿਰਦੇ ਵਸੇ ਭਗਵਾਨ। ਭਗਤ ਕਬੀਰ ਕਹਿੰਦੇ ਨੇ ਉਸ ਦੇ ਹਿਰਦੇ ਵਿੱਚ ਵੀ ਪਰਮਾਤਮਾ ਵਸਦਾ ਸੀ। ਫਿਰ ਜਿਹੜੇ ਅਮੀਰ ਵਿਜਈ ਸਨ, ਉਹਨਾਂ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ, ਬਾਦਸ਼ਾਹ ਸਲਾਮਤ, ਇਹ ਤੇ ਦੱਸੋ ਵੀ ਭਗਤ ਕਬੀਰ ਨੇ ਗੁਨਾਹ ਕੀ ਕੀਤਾ? ਗੰਗਾ ਦਰਿਆ ਵਿੱਚ ਸੁੱਟਿਆ, ਉੱਥੋਂ ਬਚ ਗਿਆ, ਹੁਣ ਹਾਥੀ ਦੇ ਸਾਹਮਣੇ ਸੁੱਟਿਆ ਗਿਆ। ਇੱਥੇ ਹਾਥੀ ਲਿਤਾੜਦਾ ਨਹੀਂ ਹੈ। ਕਿਆ ਅਪਰਾਧ ਸੰਤ ਹੈ ਕੀਨਾ। ਜਿਹੜੇ ਕਹਿੰਦੇ ਨੇ ਨਾ ਲਓ ਜੀ ਸਾਲ ਹੋਇਆ, ਲੋਕਾਂ ਨੇ ਆਪੋ ਆਪਣੇ ਨਾਂ ਨਾਲ ਸੰਤ ਬਾਬੇ ਇਹ ਤੇ ਅੰਗਰੇਜ਼ਾਂ ਨੇ ਬਣਾਏ ਨੇ, ਉਹ ਕੀਤੇ ਨੇ। ਦੱਸੋ ਭਗਤ ਕਬੀਰ ਜੀ ਲਈ ਵੀ ਸੰਤ ਲਿਖਿਆ ਗਿਆ। ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ। ਪ੍ਰਹਲਾਦ ਕਦੋਂ ਹੋਇਆ? ਕਿੰਨੇ ਹਜ਼ਾਰ ਸਾਲ ਪਹਿਲੇ। ਬੋਲੋ ਵਾਹਿਗੁਰੂ। ਸੰਤ ਉਸ ਵੇਲੇ ਵੀ ਸੀ। ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ, ਹਰ ਨਾਖਸ਼ ਨਖ ਬਿਦਰਿਓ।
क्या अपराध संत है कीना, बांध पोट कुंचर को दीना। इसने अपराध की कीता है, गुनाह की कीता है, पाप की कीता है। जेड़ा पोटली वांगू बन के हाथी दे अगे सुट दिता गया है। हुण हैरानगी दी गल, हाथी अगे वधिया, अपनी सुंड विच कबीर नूं लिया। वेखण वालियां सोचिया कि हुण चुक के मारेगा, क्योंकि हाथी दे हत्थ जिहड़े ने वो सुंड ही है। आपां नूं पता है जे उसने खुराक खानी है तां भी सुंड च लपेट के। महावत नूं चुक के मारना है, किसी होर जानवर नूं चुक के मारना है, वो भी सुंड दे नाल। पर इत्थे ते खेड़ ही सारी उल्टी हो गई। हाथी ने कबीर नूं सुंड विच लपेटिया ते लपेटन तो बाद चला के नहीं मारिया, अपने मत्थे नाल लाया। ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। जिस तरह आपां जमीन ते हथ ला के वार-वार मत्थे नाल लाउने आ, कुंचर पोट लै लै नमस्कारे। ਬੁੱਝੀ ਨਹੀਂ ਕਾਜੀ। कितनी हैरानगी दी गल। हाथी पोटली नूं उठा के नमस्कार कर रहा है, मत्था टेक रहा है, सी चुका रहा है। बूझी नहीं काजी अंधियारे। ओए अन्ने काजी, तैनू अजे भी समझ नहीं लगी। काजी तै कवन कते बखानी, पढ़त गुण ते ऐसे सब मारे, किन्हू खबर ना जानी। तैनू अजे भी नहीं पता चलिया। कितनी हैरानगी दी गल। कुंचर पोट लै लै नमस्कारे, बूझी नाई काजी अंधियारे। 3 बार पतिया पर लीना, 3 बार अजमा लिया। मन कठोर अजहू ना पतीना। तेरा मन इतना कठोर है कि अजे भी भतीजिया नहीं। जदों सारियां ने वेखिया, सिकंदर लोधी बादशाह ने तकिया, कहन लगा खोल दियो, साढ़े नालों ते हाथी सियाना है। समझ आ गई, सोची आ गई। भगत कबीर जी दे संगल खोल दिते गए, नमस्कार कीती गई, कबीर जी नूं रिहा कर दिता गया। ते फिर सारे आख्या, कबीर जी तुहानूं डर नहीं लग्या? ते कबीर जी पुकार उठे, कह कबीर हमरा गोबिंद, कह कबीर हमरा गोबिंद। 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 चौथे पद में जन की जिंद, चौथे पद में जन की जिंद। चौथे पद में जन की जिंद, चौथे पद में जन की जिंद। चौथे पद में जन की जिंद, चौथे पद में जन की जिंद। चौथे पद में जन की जिंद, चौथे पद में जन की जिंद। कह कबीर हमरा गोबिंद, कह कबीर हमरा गोबिंद। कह कबीर हमरा गोबिंद, कह कबीर हमरा गोबिंद। पंचम पातशाह भी फरमाते ने, राखा एक हमारा स्वामी, सगल घटा का अंतर्जामी। ਜਮੀ रोज आपा पढ़ते हैं, रोज सुनते हैं, हर जुग जुग भगत उपाया, पैज रखदा पैज रखदा आया राम राजे। हर नाक दुष्ट हर मारिया,
ਪ੍ਰਹਿਲਾਦ ਤਰਾਇਆ। ਤੀਸਰੇ ਪਾਤਸ਼ਾਹ ਦੇ ਬਚਨ ਹਨ, ਭਗਤਾਂ ਦੀ ਸਦਾ ਸਦਾ ਤੂੰ ਰੱਖਦਾ ਹਰ ਜੀ, ਸਦਾ ਹਰ ਵੇਲੇ ਹਰ ਸਮੇਂ। ਜੇ ਮਾਲਕ ਚਾਹੇ ਤੇ ਰੱਖਦਾ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਦੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰ ਨਾਕਸ਼ ਮਾਰ ਪਚਾਇਆ। ਭਗਤਾਂ ਦੀ ਜਿਤਨੀ ਵੀ ਵਡਿਆਈ ਕਰ ਲਈਏ, ਉਪਮਾ ਕਰ ਲਈਏ, ਉਹ ਥੋੜੀ ਹੈ। ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਸਾਰਿਆਂ ਨੂੰ ਹੀ ਜਿਤਨੀ ਵੀ ਸੰਗਤ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਆਈ ਹੈ, ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਜਨਮ ਦਿਨ ਦੀ ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋਵੇ। ਗੁਰਸਿੱਖਾਂ ਮਨ ਵਧਾਈਆਂ। ਵਧਾਈਆਂ। ਇਤਨੀ ਸੇਵਾ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਦਿਓ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।